गुर हिमै घर गुर दीपक तह लोए। अमर पदार्थ नानका मन मानिए सुख होए। आओ सिख सतगुरु के प्यारिओ, गावो सच्ची बाणी। बाणी ता गावो गुरु केरी, बाणियां सिर बाणी। जिनको नदर कर्म होवै, हृदय तिना समाणी। पीबो अमृत सदा रहो हर रंग, जपियो सारंग पाणी। कह नानक सदा गावो, एह सची बाणी। एक ओंकार सतनाम करता पुरख, निर्भव निर्वैर अकाल मूरत अजूनी सैभं गुर प्रसाद। राख लेवो हम ते बिगड़ी, शील धर्म जप भगत न कीनी। हाँ अभिमान टेढ़ पगड़ी, राख लेवो हम ते बिगड़ी। शील धर्म जप भगत न कीनी। हाँ अभिमान टेढ़ पगड़ी रहा। अमर जाना संचिए काया, ए मिथ्या काची गगरी। जिन्हें नवाज साज हम किए, तिसै बिसार अवर लगरी। संदक तोहे साध नहीं कहियो, शरण परे तुमरी पगरी। कह कबीर ए बिनती सुनियो, मत घालो जम की खबरी। कह कबीर ए बिनती सुनियो, मत घालो जम की खबरी। परम सन्मान योग गुरु प्यारी साध संगत जीओ, अपनी रजेवियां भरी जिंदगी विचों समा कढ़ के शामां दे गुरमत समागम विच आपां सारे ही हाजरी भर रहे हाँ। सोदर रहरास पावन बाणी के पाठ तो उपरंत अति सत्कारयोग भाई साहब भाई ओंकार सिंह जी तिन्हां दे रागी जथे पासों बहुत प्यार नाल आपां सारियां ने सतगुरु की पावन बाणी का कीर्तन सरवण किया। भगत कबीर जी की रसना तो उच्चारण किया होया पावन शब्द, जिसका आपां सारियां ने पाठ सरवण किए, जिसकी आपां विचार सांझी करनी है। ये पावन शब्द राग बिलावल दे विच गुरु ग्रंथ साहब जी के पावन अंक 856 के उपर सुभायमान है। भगत कबीर जी के इन्हां अमोलक वचनों को विचारण तो पहला सारी संगत बड़े अदब नाल फतेह प्रवान करो जी। वाहिगुरु जी का खालसा, वाहिगुरु जी की फतेह। विचारां की आरंभता करन तो पहला आओ रल के एक बार शब्द दियां इन्हां तुकां दा पाठ कर लीए ताकि साडा मन
ਵੇਖੋ ਇਹ ਇਨਸਾਨੀ ਫਿਤਰਤ ਹੈ। ਜੇ ਮਿੱਟੀ ਦੀ ਕੰਧ ਜਦੋਂ ਢਹਿੰਦੀ ਹੈ ਜਾਂ ਡਿੱਗਦੀ ਹੈ, ਉਹਦੀ ਰਿਪੇਅਰ ਵੀ ਮਿੱਟੀ ਨਾਲ ਹੀ ਹੁੰਦੀ ਹੈ, ਕਿਉਂਕਿ ਜਿਸ ਧਾਤ ਦੀ ਕੋਈ ਵਸਤੂ ਬਣਦੀ ਹੈ ਉਹਦੀ ਰਿਪੇਅਰ ਵੀ ਉਹਦੇ ਨਾਲ ਹੀ ਹੋਏਗੀ। ਲੋਹਾ ਟੁੱਟਦਾ ਹੈ ਤੇ ਉਹਦੀ ਰਿਪੇਅਰ ਵੀ ਲੋਹੇ ਨਾਲ ਹੁੰਦੀ ਹੈ, ਸੋਨਾ ਟੁੱਟਦਾ ਤੇ ਉਹਦੀ ਰਿਪੇਅਰ ਵੀ ਸੋਨੇ ਨਾਲ ਹੀ ਹੁੰਦੀ ਹੈ। ਇੱਦਾਂ ਜਿਹੜਾ ਮਨ ਹੈ ਇਹ ਸ਼ਬਦ ਹੈ, ਇਹਦੀ ਰਿਪੇਅਰ ਵੀ ਸ਼ਬਦ ਨਾਲ ਹੀ ਹੋਣੀ ਹੈ। ਬਾਣੀ ਦਾ ਬੜਾ ਪਿਆਰਾ ਵਾਕ ਹੈ। ਜੇ ਸਾਨੂੰ ਕੋਈ ਇੱਕ ਪੰਕਤੀ ਵਿੱਚ ਪੁੱਛੇ ਵੀ ਸਿੱਖ ਗੁਰਦੁਆਰੇ ਕੀ ਲੈਣ ਆਉਂਦਾ ਹੈ, ਤੇ ਸਾਡੇ ਕੋਲ ਬੜਾ ਪਿਆਰਾ ਜਵਾਬ ਹੈ ਜਿਹੜਾ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ ਕਿ ਮੈਂ ਗੁਰੂ ਕੋਲੋਂ ਫਰੈਸ਼ ਮਨ, ਨਵਾਂ ਮਨ ਲੈਣ ਵਾਸਤੇ ਆਉਣਾ। ਗੁਰ ਕੈ ਸ਼ਬਦ ਬਣਾਵੋ ਇਹ ਮਨ, ਗੁਰੂ ਦੇ ਸ਼ਬਦ ਦੁਆਰਾ ਮੈਂ ਨਵਾਂ ਮਨ ਬਣਾਉਣ ਵਾਸਤੇ ਆਉਣਾ। ਕਿਉਂਕਿ ਮਨ ਵਿਚਾਰ ਹੈ, ਜਦੋਂ ਸ਼ਬਦ ਦੁਆਰਾ ਮੇਰਾ ਮਨ ਬਣ ਗਿਆ ਫਿਰ ਪੁਰਾਣਾ ਮਨ ਰਹਿਣਾ ਹੀ ਨਹੀਂ। ਇਸੇ ਨੂੰ ਆਖਿਆ ਸੀ ਮਨ ਵੇਚੈ ਸਤਿਗੁਰ ਕੇ ਪਾਸ, ਸਾਰੇ ਬੋਲੋ, ਤੇ ਸੇਵਕ ਹੈ। ਜਦੋਂ ਮਨ ਹੀ ਤੇਰਾ ਗੁਰੂ ਨੇ ਬਣਾ ਦਿੱਤਾ ਫਿਰ ਕਮਾਂਡ ਤਾਂ ਮਨ ਨੇ ਕਰਨੀ ਹੈ ਤੇ ਮਨ ਗੁਰੂ ਦਾ ਹੋਣਾ ਹੈ। ਫਿਰ ਜਦੋਂ ਅਸੀਂ ਇਸ ਤਰੀਕੇ ਨਾਲ ਗੁਰਬਾਣੀ ਨੂੰ ਸਮਝਾਂਗੇ ਵੀ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕੈ ਕਾਰਜ ਰਸ, ਗੁਰ ਕੈ ਸ਼ਬਦ ਬਣਾਵੋ ਇਹ ਮਨ, ਸ਼ਬਦ ਦੁਆਰਾ ਮਨ ਬਣਨਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਸਿੱਧਾ ਨੇ ਪੁੱਛਿਆ ਸੀ ਵੀ ਕਵਣ ਮੂਲ ਕਵਣ ਮਤ ਵੇਲਾ, ਇਨਸਾਨ ਦਾ ਮੂਲ ਕੀ ਹੈ, ਇਹ ਮਨੁੱਖਾ ਸਰੀਰ ਕਿਹੜੀ ਮਤ ਲੈਣ ਦਾ ਵੇਲਾ ਹੈ, ਤੇ ਕਵਣ ਗੁਰੂ ਜਿਸ ਕਾ ਤੂੰ ਚੇਲਾ। ਉਹਨਾਂ ਦਾ ਕੁਐਸਚਨ ਸੀ ਸਿੱਧ ਗੋਸ਼ਟ ਬਾਣੀ ਦਾ, ਬੜਾ ਪਿਆਰਾ ਵਾਕ ਹੈ। ਤੇ ਮਹਾਰਾਜ ਦਾ ਬਹੁਤ ਪਿਆਰਾ ਜਵਾਬ ਸੀ ਵੀ ਸ਼ਬਦ ਗੁਰੂ ਹੈ। ਜੇ ਗੁਰੂ ਸ਼ਬਦ ਹੈ ਤੇ ਉਹਦਾ ਜਿਹੜਾ ਸੇਵਕ ਹੈ ਉਹ ਸਰੀਰ ਨਹੀਂ ਹੈ, ਸੁਰਤ ਧੁਨ ਚੇਲਾ ਹੈ। ਜਿਵੇਂ ਸਰੀਰ ਗੁਰਦੁਆਰੇ ਆ ਗਿਆ ਤੇ ਸੁਰਤ, ਹੁਣ ਜਿਵੇਂ ਬੱਚਾ ਸਕੂਲ ਚਲਾ ਜਾਏ ਪਰ ਜੇ ਉਹ ਆਪਣੀ ਸੁਰਤ ਨਾਲ ਲੈ ਕੇ ਨਾ ਜਾਏ, ਤੇ ਕਈ ਵਾਰੀ ਟੀਚਰ ਫਿਰ ਜਾਂ ਜਿਹੜਾ ਸਕੂਲ ਦਾ ਇੰਚਾਰਜ ਹੁੰਦਾ ਹੈ, ਕਲਾਸ ਇੰਚਾਰਜ ਹੁੰਦਾ ਹੈ, ਉਹ ਬੱਚਿਆਂ ਦੇ ਮਾਂ-ਬਾਪ ਨੂੰ ਬੁਲਾ ਕੇ ਗੱਲ ਕਹਿੰਦਾ ਤੁਹਾਡੇ ਬੱਚੇ ਦਾ ਪੜ੍ਹਾਈ 'ਚ ਮਨ ਨਹੀਂ ਹੈ। ਤੁਸੀਂ ਪੁੱਛਦੇ ਹੋ ਜੀ ਸਕੂਲ ਨਹੀਂ ਆਉਂਦਾ, ਉਹ ਕਹਿੰਦੇ ਸਕੂਲ ਤੇ ਆਉਂਦਾ ਹੈ ਪਰ ਧਿਆਨ ਨਹੀਂ ਹੈ ਇਹਦਾ ਪੜ੍ਹਾਈ 'ਚ। ਇਹਦਾ ਮਤਲਬ ਸਰੀਰ ਆ ਗਿਆ ਪਰ ਜਿਹਨੇ ਪੜ੍ਹਨਾ ਸੀ ਉਹ ਤੇ ਨਾਲ ਆਇਆ ਹੀ ਨਹੀਂ। ਇੱਦਾਂ ਹੀ ਸਿੱਖੀ ਸਕੂਲ ਹੈ, ਗੁਰਦੁਆਰਾ ਸਕੂਲ ਹੈ। ਇੱਥੋਂ ਦੇ ਟੀਚਰ, ਇੱਥੋਂ ਦੇ ਪ੍ਰਿੰਸੀਪਲ, ਇੱਥੋਂ ਦੇ ਉਸਤਾਦ, ਅਧਿਆਪਕ ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਸਰੀਰ ਲੈ ਆਇਆ ਹੈ ਪਰ ਇਹਨੇ ਆਪਣੀ ਸੁਰਤ ਨੂੰ ਸੇਵਕ ਬਣਾਉਣਾ ਹੈ, ਫਿਰ ਜਾ ਕੇ ਸ਼ਬਦ ਗੁਰੂ ਦਾ ਇਸ ਸੁਰਤ ਵਿੱਚ ਵਸੇਗਾ। ਤਾਂ ਆਖਿਆ ਸੀ ਨਾ, ਸੋਨੇ ਕੀ ਸੂਈ ਰੁਪਏ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉ ਲੱਗਾ। ਹੁਣ ਸੂਈ ਸਿਉਂਦੀ ਹੈ, ਵੈਸੇ ਤੁਸੀਂ ਧਾਗੇ ਨੂੰ ਕੱਪੜੇ ਵਿੱਚੋਂ ਦੀ ਲੰਘਾਉਣਾ ਹੋਵੇ ਤੇ ਬੜਾ ਔਖਾ ਹੈ, ਪਰ ਸੂਈ ਜਿੱਧਰ ਦੀ ਲੰਘਦੀ ਜਾਂਦੀ ਹੈ ਧਾਗਾ ਮਗਰ ਮਗਰ ਤੁਰਿਆ ਜਾਂਦਾ ਹੈ। ਕਿੱਦਾਂ ਪਰੋਂਦੀ ਜਾਂਦੀ ਹੈ ਸੂਈ ਧਾਗੇ ਨੂੰ ਵਿੱਚੋਂ ਦੀ। ਆਪਣੀ ਕਿਰਤ ਦੀ ਉਦਾਹਰਨ ਦਿੱਤੀ ਭਗਤ ਨਾਮਦੇਵ ਜੀ ਨੇ ਵੀ ਸੋਨੇ ਕੀ ਸੂਈ ਰੁਪਏ ਕਾ ਧਾਗਾ ਨਾਮੇ ਕਾ ਜਿੱਤ, ਸਾਰੇ ਬੋਲੋ, ਹਰ ਸਿਉ ਲਾਗਾ। ਹੁਣ ਜਦੋਂ ਮਨ ਸ਼ਬਦ ਹੈ, ਇਹਦੀ ਰਿਪੇਅਰ ਵੀ ਸ਼ਬਦ ਨਾਲ ਹੀ ਹੋਏਗੀ। ਗੁਰ ਕੇ ਸ਼ਬਦ ਬਣਾਵੋ ਇਹ ਮਨ, ਜਦੋਂ ਮੇਰਾ ਮਨ ਗੁਰੂ ਦੇ ਸ਼ਬਦ ਦੁਆਰਾ ਘੜਿਆ ਜਾਏਗਾ, ਇਸੇ ਨੂੰ ਆਖਿਆ ਸੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਜਿਵੇਂ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਨੇ, ਕਰੰਸੀ ਘੜੀ ਜਾਂਦੀ ਹੈ, ਇਹ ਸ਼ਬਦ ਦੀ ਟਕਸਾਲ ਵਿੱਚ ਬੰਦੇ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ। ਤਾਂ 38 ਪੌੜੀਆਂ ਜਪਜੀ ਸਾਹਿਬ ਦੀਆਂ ਜਦੋਂ ਅਸੀਂ ਪੜ੍ਹਦੇ ਹਾਂ ਤੇ ਅਖੀਰਲੀ ਪੌੜੀ ਤੇ ਆਪਣਾ ਧਿਆਨ ਖੜੋ, ਜਦੋਂ ਕਿਹਾ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਘੜੀਐ ਸ਼ਬਦ ਸੱਚੀ ਟਕਸਾਲ। ਜੀਵਨ ਬੜਾ ਮਹਿੰਗਾ, ਇਸ ਮਹਿੰਗੇ ਜੀਵਨ ਨੂੰ ਸਤਿਗੁਰ ਨੇ ਤੁਲਨਾ ਵੀ ਉਸ ਦੁਕਾਨ ਨਾਲ ਦਿੱਤੀ ਜਿਹੜੀ ਦੁਕਾਨ ਸਾਰੀ ਮਾਰਕੀਟ ਵਿੱਚ ਸਭ ਤੋਂ ਮਹਿੰਗੀ ਹੁੰਦੀ ਹੈ, ਸੁਨਿਆਰੇ ਦੀ। ਬਾਕੀ ਤੁਹਾਨੂੰ ਦੁਕਾਨਾਂ ਦੇ ਉੱਤੇ ਧੱਕਾ ਮੁੱਕੀ ਵੱਜੂਗਾ, ਰਸ਼ ਪਊਗਾ, ਪਰ ਸੁਨਿਆਰੇ ਦੀ ਦੁਕਾਨ ਤੇ ਤੁਹਾਨੂੰ ਰਸ਼ ਨਹੀਂ ਮਿਲੇਗਾ, ਕਿਉਂਕਿ ਉੱਥੇ ਉਹ ਹੀ ਜਾਏਗਾ ਜਿਹਦੀ ਜੇਬ 'ਚ 4 ਛਿੱਲੜ ਹੋਣਗੇ। ਬਾਕੀ ਦੁਕਾਨਦਾਰ ਸਵੇਰੇ ਉੱਠ ਕੇ ਝਾੜੂ ਬਾਹਰ ਨੂੰ ਫਿਰਦੇ ਨੇ, ਉਹਦੀ ਫਿਤਰਤ ਤੇ ਉਹ ਝਾੜੂ ਅੰਦਰ ਨੂੰ ਫਿਰਦਾ ਵੀ ਕਿਤੇ ਕਿਣਕਾ ਵੀ ਮੇਰੇ ਝਾੜੂ 'ਚ ਕੁਝ ਹੋਇਆ ਤੇ ਉਹ ਕੀਮਤੀ ਹੈ। ਤੋ ਪਾਤਸ਼ਾਹ ਜੀ ਨੇ ਦੂਜੀ ਗੱਲ, ਬਾਕੀ ਦੁਕਾਨਾਂ ਤੇ ਬੰਦਾ ਸਟਾਫ ਵਾਧੂ ਰੱਖ ਸਕਦਾ ਵੀ ਤੂੰ ਕੱਪੜਾ ਲਾਈ ਜਾ, ਤੂੰ ਥਾਨ ਪਾੜੀ ਜਾ, ਤੂੰ ਇੱਥੋਂ ਸਬਜ਼ੀ ਤੋਲੀ ਜਾ,
ਉੱਥੇ ਵਾਧੂ ਸਟਾਫ ਨਹੀਂ ਰੱਖਿਆ ਜਾਣਾ, ਉੱਥੇ ਤੇ ਪਾਰਖੂ ਬੰਦਾ ਰੱਖਿਆ ਜਾਣਾ ਜਿਹਨੂੰ ਮਾੜੀ ਮੋਟ ਚਾਹ ਪਾਣੀ ਪਿਉਣ ਲਈ ਅਗਲਾ ਰੱਖ ਸਕਦਾ ਹੈ। ਪਰ ਜਿੱਥੇ ਪਰਖ ਦੀ ਗੱਲ ਆਉਣੀ ਉੱਥੇ ਉਹਨੇ ਕਾਊਂਟਰ ਤੇ ਖੁਦ ਆਪ ਬਹਿਣਾ। ਜੀਵਨ ਮਹਿੰਗਾ ਸੀ। ਗੁਰਦੇਵ ਜੀ ਨੇ 37 ਪੌੜੀਆਂ ਲਿਖਣ ਤੋਂ ਬਾਅਦ ਜਪਜੀ ਸਾਹਿਬ ਦਾ ਜਦੋਂ ਅਖੀਰ ਤੇ ਜਾ ਕੇ ਨਿਚੋੜ ਕੱਢਿਆ, ਉਦੋਂ ਆਖਿਆ ਜਤ ਪਹਾਰਾ। ਜਤ ਤੇ ਜਤੀ ਬਣਨ ਵਾਸਤੇ ਜ਼ਰੂਰੀ ਨਹੀਂ ਤੈਨੂੰ ਆਪਣਾ ਟੱਬਰ ਛੱਡਣਾ ਪਵੇ, ਤੈਨੂੰ ਆਪਣੀ ਵਾਈਫ ਛੱਡਣੀ ਪਵੇ, ਤੈਨੂੰ ਆਪਣੀ ਮਾਤਾ ਤੇ ਪਿਤਾ ਛੱਡਣਾ ਪਵੇ, ਕਿਉਂਕਿ ਪਰਿਵਾਰ ਛੱਡ ਕੇ ਜਿਹੜੇ ਜਤੀ ਬਣੇ, ਗੁਰੂ ਨਾਨਕ ਸਾਹਿਬ ਨੇ ਡੰਕੇ ਦੀ ਚੋੜ ਤੇ ਕਹਿ ਦਿੱਤਾ ਜਤੀ ਸਦਾਮ ਹੈ ਜੁਗਤ ਨਾ ਜਾਣੈ। ਬੋਲੋ ਅੱਗੇ, ਛੱਡ ਵਹਿ ਘਰ ਬਾਰ। ਜਿਹੜੇ ਘਰ ਬਾਰ ਛੱਡ ਕੇ ਜਤੀ ਅਖਵਾਉਣਾ ਚਾਹੁੰਦੇ ਨੇ, ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤਾ, ਕਿਉਂਕਿ ਬਾਲ ਜਤੀ ਹੈ ਸ੍ਰੀ ਚੰਦ ਬਾਬਾਣਾ ਦਿਉਰਾ ਬਣਾਇਆ, ਲਖਮੀ ਦਾਸੋਂ ਧਰਮ ਚੰਦ ਪੋਤਾ ਹੋਏ ਕੇ ਆਪ ਗਣਾਇਆ। ਇਹ ਬਹੁਤ ਲੰਬਾ ਇਸ ਬੰਨੇ ਚੈਪਟਰ ਹੈ, ਜਦੋਂ ਅਸੀਂ ਇਸ ਬੰਨੇ ਸਮਝਣ ਦਾ ਯਤਨ ਕਰਾਂਗੇ। ਗੁਰਦੇਵ ਨੇ ਕਲੀਅਰ ਕਰਤਾ, ਜਤ ਪਹਾਰਾ, ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ, ਇਹ ਤੇਰੇ ਵਾਸਤੇ ਸੁਨਿਆਰੀ ਦੀ ਦੁਕਾਨ ਹੋਵੇ। ਤੇ ਧੀਰਜ ਸੁਨਿਆਰ, ਉਹ 'ਚ ਧੀਰਜ ਨੂੰ ਸੁਨਿਆਰਾ ਬਣਾ ਕੇ ਬਿਠਾ ਦੇ, ਕਿਉਂਕਿ ਵੈਸੇ ਤਾਂ ਹਰ ਕਿੱਤੇ 'ਚ ਧੀਰਜ ਚਾਹੀਦਾ। ਸਿਆਣਾ ਤਜਰਬੇਕਾਰ ਜਿਹੜਾ ਬਿਜ਼ਨਸਮੈਨ ਉਹ ਆਪਣੇ ਪੁੱਤ ਨੂੰ ਇੱਕ ਸਿੱਖਿਆ ਦਿੰਦਾ, ਪੁੱਤ ਕਸਟਮਰ ਕਲਪ ਜਾਏ, ਗਾਹਕ ਜਿੰਨਾ ਮਰਜ਼ੀ ਗਾਲੋ ਗਾਲੀ ਹੋਵੇ, ਤੂੰ ਗਾਹਕ ਨਾਲ ਗਰਮ ਨਹੀਂ ਬੋਲਣਾ। ਤੂੰ ਕੌੜੀਆਂ ਕਸੈੜੀਆਂ ਗੱਲਾਂ ਝੋਲੀ 'ਚ ਪਵਾ ਲੈਣੀਆਂ ਨੇ। ਜੇ ਕੌੜੀਆਂ ਕਸੈੜੀਆਂ ਗੱਲਾਂ ਝੋਲੀ 'ਚ ਪਵਾਏਗਾ ਤਾਂ ਆਪਾਂ ਬਿਜ਼ਨਸ ਥੱਲੇ ਉੱਪਰ ਲੈ ਕੇ ਜਾ ਸਕਦੇ। ਜੇ ਮਾੜੀ ਜੀ ਗੱਲ ਦਾ ਵੀ ਤੂੰ ਗੁੱਸਾ ਕਰ ਗਿਆ ਪੁੱਤਰ, ਦੁਬਾਰਾ ਤੇਰੀ ਦੁਕਾਨ ਤੇ ਕਿਸੇ ਕਸਟਮਰ ਨੇ ਨਹੀਂ ਆਉਣਾ। ਤੇ ਸੁਨਿਆਰਾ ਤੁਸੀਂ ਵੇਖੋ ਕਿੰਨੇ ਧੀਜ ਨਾਲ ਉਹਨੇ ਚਸ਼ਮਾ ਇੱਥੇ ਲਾਇਆ ਹੁੰਦਾ, ਨਾਲ ਕੁਠਾਲੀ 'ਚ ਪਏ ਸੋਨੇ ਨੂੰ ਘੜਦਾ ਹੈ। ਕਈ ਵਾਰੀ ਗਹਿਣਾ ਸਹੀ ਨਾ ਬਣੇ, ਕਲਪੇ ਹੋਏ ਪਰਿਵਾਰ ਨਹੀਂ ਹੁੰਦੇ ਜੀ, ਸਵੇਰੇ ਸਾਡੇ ਬਰਾਤ ਜਾਣੀ ਹੈ, ਤੁਸੀਂ ਆ ਗਹਿਣਾ ਕੀ ਬਣਾਤਾ। ਉਹ ਅੱਗੇ ਕੀ ਕਹਿੰਦਾ, ਕਹਿੰਦਾ ਭੈਣ ਜੀ ਕੋਈ ਗੱਲ ਨਹੀਂ, ਭਾਜੀ ਕਿੰਨੇ ਵਜੇ ਬਰਾਤ ਹੈ ਦੱਸੋ, ਤੁਸੀਂ ਰਾਤ ਜਾ ਕੇ ਤਿਆਰ ਕਰਕੇ ਸਵੇਰੇ 8 ਵਜੇ ਤੁਹਾਡੇ ਘਰ ਪਹੁੰਚ ਜਾਵਾਂਗਾ। ਜੇ ਉਹ ਹੁਣ ਉਹਨੂੰ ਪਤਾ ਜੇ ਮੈਂ ਗੁੱਸੇ 'ਚ ਆ ਗਿਆ, ਇੱਕ ਗਹਿਣਾ ਪਹਿਲਾਂ ਗਲਤ ਬਣਿਆ, ਜਿਹੜਾ ਬਣਾ ਰਿਹਾ ਵੀ ਗਲਤ ਬਣ ਜਾਣਾ। ਕੋਈ ਗੁੱਸੇ 'ਚ ਬੰਦੇ ਕੋਲੋਂ ਕੰਮ ਕਦੀ ਵੀ ਸਹੀ ਨਹੀਂ ਹੁੰਦੇ। ਇਹਨੂੰ ਤਾਂ ਆਖਿਆ ਸੀ, ਇਹਨੂੰ ਚੰਡਾਲ ਆਖਿਆ ਬਾਣੀ 'ਚ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲ ਹੈ ਇਸ ਦੇਹੀ ਅੰਦਰ। ਜਦੋਂ ਪੰਚ ਚੋਰ ਵਸੇ ਦੀ ਗੱਲ ਆਈ, ਉਦੋਂ ਨਾਲ ਇਹ ਕਹਿ ਦਿੱਤਾ ਕਿ ਕਾਮ ਕ੍ਰੋਧ ਤਨ ਵਸੇ ਚੰਡਾਲ, ਧਾਨਕ ਰੂਪ ਰਹਾ ਕਰਤਾ। ਇਹ ਚੰਡਾਲ ਹੈ ਜਿਹੜਾ ਬੰਦੇ ਦੇ ਅੰਦਰ ਵਸਦਾ ਹੈ। ਤਾਂ ਬਹੁਤ ਧੀਰਜ ਰੱਖਣਾ ਪੈਂਦਾ ਸੁਨਿਆਰੇ ਨੂੰ, ਸਹਿਜ ਰੱਖਣਾ ਪੈਂਦਾ। ਜਤ ਪਹਾਰਾ ਧੀਰਜ, ਇੱਥੇ ਕਿਹਨੂੰ ਆਖਿਆ, ਮਨ ਨੂੰ ਸਹਿਜ। ਪੁਰਾਣੇ ਬਜ਼ੁਰਗ ਆਪਣੀਆਂ ਧੀਆਂ ਨੂੰ, ਮਾਵਾਂ ਆਪਣੀਆਂ ਧੀਆਂ ਨੂੰ ਇੱਕ ਸ਼ਬਦ ਕਹਿ ਕੇ ਪੱਲੇ ਪਾ ਕੇ ਤੋਰਦੀਆਂ ਸੀ, ਪੁੱਤ ਜਰਿਆ ਧਰਿਆ ਕੰਮ ਆਉਂਦਾ ਹੈ। ਜਰੋਗੇ ਤੇ ਅੱਗੇ ਵਧੋਗੇ, ਜੇ ਕਲਪ ਗਏ। ਵੇਖੋ ਜਿਹੜੀ ਸੀढ़ी ਹੁੰਦੀ ਹੈ ਨਾ, ਪੌੜੀ, ਉਹ ਮਕਾਨ ਨੂੰ ਲੱਗੀ ਹੁੰਦੀ ਹੈ। ਆਪਾਂ ਡੰਡਿਆਂ ਤੇ ਪੈਰ ਰੱਖਦੇ ਜਾਂਦੇ ਹਾਂ, ਛੱਤ ਤੇ ਚਲੇ ਜਾਂਦੇ ਹਾਂ, ਪਰ ਉਹੋ ਹੀ ਪੌੜੀ ਛੱਤ ਤੋਂ ਥੱਲੇ ਵੀ ਲੈ ਕੇ ਤੇ ਉਹੀ ਆਉਂਦੀ ਹੈ ਨਾ। ਜ਼ਿੰਦਗੀ ਵਿੱਚ ਜੇ ਬੰਦਾ ਵਿਕਾਰਾਂ ਦੇ ਪ੍ਰਭਾਵ ਹੇਠ ਜ਼ਿੰਦਗੀ ਜੀਵੇ ਤੇ ਗੱਡੀ ਤਾਂ ਜਾਣ ਦੀ ਬਜਾਏ ਥੱਲੇ ਨੂੰ ਉਤਰਨੀ ਵੀ ਸ਼ੁਰੂ ਹੋ ਜਾਂਦੀ ਹੈ। ਤਾਂ ਸਹਿਜ ਜ਼ਿੰਦਗੀ ਦਾ ਬੜਾ ਵੱਡਾ ਸਰਮਾਇਆ ਹੈ। ਜਤ ਪਹਾਰਾ ਧੀਜ ਸੁਨਿਆਰ ਅਹਿਰਣ ਮਤ, ਆਪਣੀ ਮਤ ਨੂੰ ਅਹਿਰਣ ਬਣਾ ਲਾ। ਤੇ ਵੇਦ ਦੇ ਉੱਥੇ ਦੱਦੇ ਨੂੰ ਤੁਸੀਂ ਵੇਖੋ ਔਂਕੜ ਲੱਗਾ ਹੋਇਆ, ਜਿਹਦਾ ਅਰਥ ਹੈ ਗਿਆਨ। ਜਦੋਂ ਦੱਦੇ ਨੂੰ ਔਂਕੜ ਉੱਡ ਜਾਏਗਾ, ਵਿਆਕਰਨ ਨੁਕਤੇ ਮੁਤਾਬਕ ਇਹਦੇ ਅਰਥ ਬਣ ਜਾਣਗੇ 4 ਵੇਦ, ਜਿਹੜੇ ਹਿੰਦੂ ਵੀਰਾਂ ਦੇ 4 ਵੇਦ ਨੇ। ਪਰ ਇੱਥੇ ਵੇਦ ਦਾ ਅਰਥ ਗਿਆਨ। ਅਹਿਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਓ। ਧੌਂਕਣੀ ਹੁੰਦੀ ਸੀ ਜਦੋਂ ਅੱਗ ਬਾਲਣੀ ਹੋਵੇ ਤੇ ਪਾਈਪ ਮੂੰਹ ਦੇ ਨਾਲ ਇੱਦਾਂ ਲਾ ਕੇ ਤੇ ਹਵਾ ਬਾਲਣੀ, ਹਵਾ ਭਰਨੀ ਤੇ ਉਹ ਅੱਗ ਬਲ ਪੈਣੀ। ਕਹਿੰਦੇ ਤੇਰੀ 10 ਨੌਆਂ ਦੀ ਕਿਰਤ ਕਮਾਈ ਉਹ ਧੌਂਕਣੀ ਹੋਵੇ। ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਓ, ਪ੍ਰੇਮ ਨੂੰ ਭਾਂਡਾ ਬਣਾ ਲਾ। ਤੇ ਅੰਮ੍ਰਿਤ ਤਿਤ ਢਾਲ ਘੜੀਏ। ਸ਼ਬਦ ਦੀ ਇਸ ਟਕਸਾਲ ਵਿੱਚ ਫਿਰ ਇੱਕ ਤੇਰਾ ਜੀਵਨ ਘੜਿਆ ਜਾਏਗਾ, ਤੇਰੀ ਸੁਰਤ ਘੜੀ ਜਾਏਗੀ, ਤੇਰਾ ਵਿਚਾਰ ਘੜੇ ਜਾਣਗੇ। ਤੇ ਭਗਤ ਕਬੀਰ ਜੀ ਨੇ ਬਾਕਮਾਲ ਵਿਚਾਰ ਦਿੱਤੇ, ਰਾਖ ਲੇਵੋ। ਸਾਨੂੰ ਸਾਰਿਆਂ ਨੂੰ ਜ਼ਿੰਦਗੀ 'ਚ ਅਰਦਾਸ ਕਰਨੀ ਚਾਹੀਦੀ ਹੈ ਵੀ ਰੱਖ ਲਓ, ਬਚਾ ਲਓ। ਜਿਵੇਂ ਰਾਖ ਪਿਤਾ ਪ੍ਰਭ ਮੇਰੇ, ਹਮ ਨਿਰਗੁਣ, ਮੈਂ ਨਿਰਗੁਣ ਯਾਰਾਂ ਵਾਂ, ਸਭ ਗੁਣ ਤੇਰੇ ਮੇਰੇ ਮਾਲਕ ਜੀ। ਰਾਖ ਲੇਵੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਢੇਡ ਪਗੜੀ। ਸਾਰੇ ਇੱਕ ਵਾਰ ਪੜੋ ਜੀ। ਰਾਖ ਲੇਵੋ ਹਮ ਤੇ ਬਿਗਰੀ, ਰਾਖ ਲੇਵੋ ਹਮ ਤੇ ਬਿਗਰੀ, ਰਾਖ ਲੇਵੋ ਰਾਖ ਲੇਵੋ ਹਮ ਤੇ ਬਿਗਰੀ, ਰਾਖ ਲੇਵੋ ਹਮ ਤੇ ਬਿਗਰੀ।
शील धर्म जप भगत न कीनी, शील धर्म जप भगत न कीनी। वाह वाह। हाँ अभिमान टेढ़ पगरी, हाँ अभिमान टेढ़ पगरी। अमर जान संचिए काया, अमर जान संचिए काया। ए मिथ्या काची गगरी, ए मिथ्या काची गगरी। जिन्हें नवाज साज हम किए, जिन्हें नवाज साज हम किए। तिसै बसार अवर लगरी, तिसै बसार अवर लगरी। संदक तो है साध न कहियो, संदक तो है साध नहीं कहियो। शरण परे तुम्हारी पगरी, शरण परे तुम्हारी पगरी। कह कबीर ए बिनती सुनियो, कह कबीर ए बिनती सुनियो। वाह वाह। मत घालो जम की खबरी, मत घालो जम की खबरी। मत घालो जम की खबरी, मत घालो जम की खबरी। राख ले वो हम ते बिगड़ी, राख ले वो हम ते बिगड़ी। दुनिया दे विच जदों भी कोई नुकसान हुंदा है, कोई टावा इंसान उस नुकसान नूं अपने पेटे पाउंदा भी मेरी गलती नाल ये नुकसान मेरे कोलों होया है। परिवारां विच भी समाज विच जो कोई नुकसान हुंदा है तो इंसान की कोशिश हुंदी है इहदा जिम्मेवार मैं दूजे नूं ठहरा दें भी मेरी तो गलती कोई नहीं। परिवारां विच पुत्तर बिगड़ जाए, धी बिगड़ जाए, गलत रस्ते पै जाए, बाप मां नूं दोष दिंदा है, मां कहंदी है तुसीं टाइम नहीं दित्ता, तुसीं बिजनस व्यापार च लगे रहे। कारोबार बड़ा वधिया चलदा होवे, विचों कारोबार च किते कमी आउण लग पवे, उत्थे एक दूजे नूं ब्लेम देना शुरू किया जाता है। टावा इंसान कहता नहीं, इत्थे मैं किसी नूं नहीं कहता, मेरी अपनी गलती है, मेरे कोलों ये सब कुछ होया है। जिहड़े शब्द नूं आपां हुणे पढ़े स्क्रीन ते तुसीं नाल नाल शब्द दे दर्शन करियो। 856 नंबर अंक ते कोशिश करियो, घरां विच भी जाके एक बारी आप पढ़ के वेखियो। जदों गुरबाणी नूं ध्यान नाल पढ़ीए तो समझ आउंदी है साडे कोल एडा वड्डा समुंदर है, एडा वड्डा सागर है विचारां दा। ते अज जदों अजोकी हालत सिख कौम की वेखी दी है ना, तो तरस आउंदा है। असीं एडे वड्डे खजाने दे कोल बह के कटोरा फड़ के दूजियां कोलों भीख मंगदे पए विचारां दी। जदों कोई सिख किसी दूजे नूं जाके कह रहा हुंदा ना, मेरी मुश्किल दा हल दसो जी, मेरे ते विपता आण पई, मेरी जिंदगी उलझ गई, मन विच एक सवाल आउंदा भी भलिया तैनूं किन्ने साल हो गए गुरुद्वारे जांदिआं नूं, किन्ने साल हो गए तैनूं पाठ कराउंदिआं नूं। मैनूं लगदा पूरी दुनिया दे विच जिथे भी सिख बैठे, पिंडां दे पिंड, शहरां दे शहर, जे पंजाब की गल करिए, पंजाब तो बाहरले सूबियां की गल करिए, विदेश की गल करिए, मैनूं लगदा कोई ऐसा सिख नहीं होना जिन्हें अपनी जिंदगी विच कदी गुरु ग्रंथ साहब जी के उपर अपने वालों कदी रमाला लैके ना भेंट किया हो। एक बारी नहीं,
सैकड़े वारी किया होएगा, कभी पुत्र के आनंद कारते, कभी धी के आनंद कारते, कभी नवा मकान लैन की खुशी में, कभी कोई कारोबार शुरू करने की खुशी में किया होएगा। असी करते हैं, पर एवरेज कड्डो भी पूरी दुनिया के अंदर जदों रमाला भेंट करने की गल आई तो कोई नहीं बचा होएगा जिन्हें गुरु ग्रंथ साहब के उपर अपनी वित मुताबक रमाला ना भेंट किया होएगा। पर हुण पूरी दुनिया विचों एवरेज कड्डो, किन्ने परिवार होणगे ते परिवारां विचों किन्ने जी होणगे जिन्हां कदी रमाला चुक के वेखिया होएगा इहदे थल्ले लिखिया की है। जदों अर्पण गल दी गल आई उदों पूरी कौम विचों मैं कहता एक भी परिवार नहीं होएगा ऐसा, सारिਆਂ ने अर्पण किए होणगे वित मुताबक। किसी ने महंगा कर दिता होगा, किसी ने सस्ता। पर जो पढ़न की गल आई उदों परिवारों विचों पहला परिवार टावें, फिर परिवारों विचों जी टावें जिन्होंने अपनी जिंदगी में कभी आप रमाला चक के पढ़िया होएगा। मेरा सतगुरु जी कहते की है, हुण शब्द है राख लेवो हम, ते इत्थे की आख्या राख लेवो, रख लो, बचा लो। भगत कबीर जी कहते राख लेवो, किहनूं कहंदे ने? अकाल पुरख नूं, वाहिगुरू नूं, परमात्मा नूं। उहनूं तुसीं अल्लाह कह लो, गौड़ कह लो, नावां दे चक्करां च नहीं पैना। आ चेता रखना, गुरु ग्रंथ साहिब च परमेश्वर के अनेकों नाम वरते गए ने। बीठुल क्या, दामोदर क्या, रमैया क्या, केशव क्या, गोबिंद क्या, गोपाल क्या। नावां पिछे लड़ाई हुई इत्थे दुनिया दे विच। छोड़ राम की ना भजे खुदाए, उन्हें कहा राम कह, तू राम शब्द ते खुदा कह। कहता मां मैनूं पता है अल्लाह ते राम च कोई फर्क नहीं, पर इन्हां दे कहण ते नहीं कहना। पानी का गिलास भरिया पिया, एक बंदा कहता वाटर है, दूजा कहता पानी है, तीजा कहता नहीं है तो जल है, चौथा कहता तोयंग है। सियाणा बंदा आया, वो कहता कमलिओ नावां पिछे ना पो, इहदा नां की है? गिलास फड़ के बुला ना ला लो, अंदर जाके काम सारिਆਂ दे इक्को जिहा ही करना है। पानी के जिन्ने मर्जी नाम रख लो। जदों गल परमेश्वर ज्ञान नूं, हुण इत्थे पहलां ते रब नूं समझो। मैं आ 2 दिन पहलां भी विचार करके आया, जदों भी असीं अपने परिवारां विच बैठदे हां, साडे वड्ड वडेरे जदों भी किते असीं बैठदे हां, आपां कहने ਸਾਡੇ ਨਾਲ धक्का हो जाए किते, आपां कहने उतला एक दिन इंसाफ। बोलो सारे की कहने आपां? भाई उतला इंसाफ जरूर करेगा। तुहाडे विच किन्ने गुरु के प्यारे बाणी पढ़न वाले बैठे होणगे? किते बाणी च लिखिआ रब उत्ते रहिंदा? कोई तो कहेगी तो मैनूं दर्शन करा दो। मेरी हो सकता मैं ना पढ़ी होवे गुरु ग्रंथ साहिब चों, बाणी तां सैकड़े तुकां जिथे लिखिआ रब तेरे अंदर बैठा है। बाणी च विखाओ जिथे लिखिआ रब के। ਜਿਹੜੇ ਕਹਿੰਦੇ ਜਿਹੜੇ ਮੰਨਦੇ ਸੀ ਨਾ ਦੂਰ ਹੈ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲਾ ਮੁਕਾਮਾ, ਉਹਨਾਂ ਨੂੰ ਜਾ ਕੇ ਭਗਤ ਕਬੀਰ ਜੀ ਕਹਿੰਦੇ ਦਿਲ ਮੇ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਤੇ ਅਸੀਂ ਕਹਿੰਦੇ ਇੱਕ ਦਿਨ ਉਤਲਾ। बोलो सारे जी। तो लागे बच्चा कहता डैडी आपां नूं गुरुद्वारे जांदे किन्ने साल हो गए? तो डैडी मानदा कहता पुत्र 30 साल हो गए। कहते उतला गुरु ग्रंथ साहिब जी किते लिखिआ भी उत्ते रहिंदा? की जवाब है साडे कोल? ये कहो अंदरला, उड़ा अंदर बैठा है, सबे घट राम बोले, सगल बनस्पत मैं बैसंतर, सगल दूध में किया, ऊंच नीच में जोत समाणी, घट घट माधो जिया। राखा एक वो किथे है? मेरे अंदर। मेरे अंदर बैठा वो राखा जिन्हें मेरी राखी करनी, वो अंदर बैठे राखे नूं, अंदर बैठे वो सच नूं भगत कबीर कहते राख लेवो, बचा लो कि तो बुरियां कमां तो। देखो ध्यान नाल सुनियो, संसारी बंदा अरदास पता किहड़ी करदा है? मैं पुठे काम करी जावां किसी नूं पता ना लगे। अरदास ये होनी चाहिए महाराज मेरे को गलत काम होण ही ना। क्यों साध संगत जी? आम बंदा कभी तौबा करता गलत कामां की, वो ये अरदास करता, वो कहता तुकां साडे लई बणिया, हम भी अवगुण भरे एक गुण नाही, अमृत छाड़। वो कहता साडे लई ते बणी है, साडे वास्ते ते जैसा बालक पाए सो पाए, लाख अपराध कमावै, कार उपदेश झिड़के बहु भांति, बौड़ पिता गल लावै, पिछले अवगुण बख्श लै प्रभ आ गए मार्ग। वो प्रभु दे अगे मार्ग पाउण लई तैयार है, तू पुछण तो बाद रस्ता फिर वही फड़ी फिरदा। असीं तां फ्यूनर हाल ते बंदे नूं इदां वेख के ना, चलो इंडिया ते अपने सामने सड़दा दिखदा, इत्थे सिस्टम होर है। इत्थे मैं 2-3 वेखे अपनी अखां नाल फिल्म, उत्थे वेख के बंदा इत्थों तक ही है यात्रा अपनी सारिਆਂ दी।
ਆਮ ਬੰਦਾ ਇਹੋ ਕਹਿੰਦਾ ਸਾਰਿਆਂ ਇੱਥੇ ਹੀ ਆਉਣਾ ਹੈ, ਪਰ ਉਸ ਤੋਂ ਬਾਅਦ ਕੰਮ ਬੰਦਾ ਫਿਰ ਬੋਲੋ ਸਾਰੇ ਜੀ ਉਹੀ ਕਰਦਾ ਹੈ। ਹੁਣ ਇੱਥੇ ਭਗਤ ਕਬੀਰ ਰਾਖ ਲਿਓ, ਕੀ ਰੱਖ ਲਓ? ਹਮ ਤੇ ਮੇਰੇ ਕੋਲੋਂ ਬਿਗੜੀ, ਮੇਰੇ ਕੋਲੋਂ ਜ਼ਿੰਦਗੀ ਜਿਉਣ ਦੀ ਜੁਗਤ ਵਿਗੜ ਗਈ ਹੈ, ਮੈਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ, ਮੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਆਉਂਦਾ ਮਹਾਰਾਜ। ਕਹਿੰਦੇ ਕਿੱਦਾਂ ਵਿਗੜੀ? ਆ ਸੁਣਿਓ ਹੁਣ। ਸ਼ੀਲ, ਸ਼ੀਲ ਦਾ ਅਰਥ ਹੈ ਮਿੱਠਾ ਸੁਭਾਅ। ਮੇਰੇ ਕੋਲ ਮਿੱਠਾ ਸੁਭਾਅ ਹੈ ਨਹੀਂ। ਮਿੱਠੇ ਸੁਭਾਅ 'ਚ ਵੀ ਇੱਕ ਫਰਕ ਹੈ ਜੀ। ਬੰਦਾ ਉੱਤੋਂ ਮਿੱਠਾ ਬੋਲਦਾ ਹੋਵੇ, ਅੰਦਰ ਮਿਠਾਸ ਨਾ ਹੋਵੇ, ਐਸੇ ਬੰਦੇ ਨੂੰ ਬਾਣੀ 'ਚ ਮਾੜਾ ਆਖਿਆ। ਫਰੀਦਾ ਕੰਨ ਮੁਸੱਲਾ ਸੂਫ ਗਲ, ਪੜ੍ਹੀ ਜਾਓ ਨਾਲ ਨਾਲ। ਦਿਲ ਕਾਤੀ, ਦਿਲ ਵਿੱਚ ਕੈਂਚੀ, ਗੁੜਵਾਤ ਬਾਹਰ ਦਿਸੇ ਚਾਨਣਾ, ਸਾਰੇ ਬੋਲੋ। ਦਿਲ ਅੰਧਿਆਰੀ ਰਾਤ ਫਰੀਦਾ ਕੰਨ ਮੁਸੱਲਾ, ਮੁਸੱਲਾ, ਮੁਸੱਲਾ ਕਹਿੰਦੇ ਉਸ ਕੱਪੜੇ ਨੂੰ ਜਿਹੜੇ ਮੁਸਲਮਾਨ ਭਰਾ ਥੱਲੇ ਵਿਛਾ ਕੇ ਉੱਤੇ ਨਮਾਜ਼ ਅਦਾ ਕਰਦੇ ਆ। ਕਹਿੰਦੇ ਮੋਢੇ ਤੇ ਮੁਸੱਲਾ ਰੱਖਿਆ, ਫਰੀਦਾ ਕੰਨ ਮੁਸੱਲਾ ਸੂਫ ਗਲ, ਗਲ ਵਿੱਚ ਸੂਫ ਪਾਈ ਹੋਈ ਹੈ। ਦਿਲ ਕਾਤੀ, ਅੰਦਰ ਕੈਂਚੀ ਆ, ਤੇ ਗੁੜ ਵਾਤ, ਵਾਤ ਕਹਿੰਦੇ ਬੋਲੀ ਨੂੰ। ਬੋਲੀ ਕਿਹੋ ਜਿਹੀ ਹੈ? ਉੱਚੀ ਬੋਲੋ। ਗੁੜ ਵਰਗੀ। ਤੇ ਆਪਾਂ ਪਤਾ ਕਹਿੰਦੇ ਬੰਦਾ ਝੋਕੀ ਜਾਂਦਾ ਹੈ। ਬਾਣੀ ਕਹਿੰਦੀ ਅਪਰਾਧੀ ਦੂਣਾ ਨਿਵੈ, ਸਾਰੇ ਬੋਲੋ। ਅਪਰਾਧੀ ਦੂਣਾ, ਆਮ ਬੰਦੇ ਵਾਂਗੂ ਨਹੀਂ, ਦੂਣਾ ਨਿਵਦਾ ਹੈ, ਲੰਮੇ ਪੈ ਜਾਂਦਾ ਹੈ। ਕੀ ਸਤਿਕਾਰ ਕਰਦਾ? ਨਹੀਂ। ਜਿਉ ਹੰਤਾ ਮਿਰਗਾਹੇ, ਹਿਰਨ ਨੂੰ ਮਾਰ ਲਈ ਨਾ, ਉਹ ਕਈ ਕਈ ਕਿੱਲਿਆਂ ਤੱਕ ਅਰਕਾਂ ਪਰ ਨਹੀਂ ਜਾਂਦਾ ਹੈ। ਵੇਖਣ ਵਾਲੇ ਕਹਿਣਾ ਇਹ ਸਤਿਕਾਰ ਕਰ ਰਿਹਾ, ਹਿਰਨਾਂ ਦਾ ਸਤਿਕਾਰ ਨਹੀਂ ਕਰ ਰਿਹਾ, ਮੇਰੇ ਤੇ ਨਿਸ਼ਾਨਾ ਲਾ ਰਿਹਾ। ਕਈ ਵਾਰੀ ਬੰਦਾ ਗਲਤ ਕੰਮ ਕਰਦਾ, ਫੜਿਆ ਜਾਂਦਾ, ਇਹਦਾ ਗੋਡੀ ਹੱਥ ਨਹੀਂ ਲਾਉਂਦਾ। ਕਿਸੇ ਪੁਲਿਸ ਕੋਲ, ਕਿਸੇ ਵੱਡੇ ਅਫਸਰ ਕੋਲੋਂ ਮਾਈ ਬਾਪ ਇੱਕ ਵਾਰੀ ਛੱਡ ਦਿਓ। ਕਿਸੇ ਨੇ ਕਹਿਣਾ ਕਿੰਨੀ ਰਿਸਪੈਕਟ ਕਰ ਰਿਹਾ, ਹੁੰਦਾ ਜੀ ਇੱਕ ਵਾਰੀ ਛੱਡ ਦਿਓ। ਇਹਦਾ ਮਤਲਬ ਉਹ ਇਹ ਨਹੀਂ ਕਹਿ ਰਿਹਾ ਕਿ ਮੈਂ ਸੁਧਰਨਾ ਵਾਂ, ਕਹਿੰਦਾ ਛੱਡ ਦਿਓ, ਅੱਗੇ ਤੋਂ ਤੁਹਾਡੇ ਹੱਥ ਨਹੀਂ ਆਉਂਦਾ। ਜਾਨੀ ਇਹ ਕੰਮ ਨਹੀਂ ਛੱਡਣਾ, ਕੰਮ ਇੰਨਾ ਸੁਚੇਤ ਹੋ ਕੇ ਕਰਾਂਗਾ ਵੀ ਤੁਹਾਨੂੰ ਫੜਨ ਦਾ ਮੌਕਾ ਦੇਣਾ ਹੀ ਨਹੀਂ। ਅਪਰਾਧੀ ਦੂਣਾ ਨਿਵੈ ਜਿਉਂ, ਮਹਾਰਾਜ ਇਹ ਕਹਿੰਦੇ ਨੇ ਵੀ ਇਹ ਹੋ ਸਕਦਾ ਸਮਝ ਨਾ ਆਵੇ ਸਰੋਤੇ ਨੂੰ, ਨਾਲ ਹਿਰਨ ਦੀ ਐਗਜ਼ਾਮਪਲ ਦੇ ਦਿੱਤੀ। ਜਿਉਂ ਹੰਤਾ ਮਿਰਗਾਹੇ ਸੀਸ ਨਵਾਏ ਕਿਆ ਥੀਐ, ਸਾਰੇ ਬੋਲੋ। ਜਾਂ ਹਿਰਦੈ ਕੁਸ਼ੁੱਧ ਜਾਹੇ, ਜੇ ਅੰਦਰ ਕੁਸ਼ੁੱਧਪੁਣਾ ਵਾ ਤੇ ਬਾਹਰ ਦੀਆਂ ਤੇਰੀਆਂ ਅਰਦਾਸਾਂ ਕੀਤੀਆਂ, ਬਾਹਰ ਦਾ ਚੁਗਣਾ ਕੀ ਸਰਤ ਰਹਿ ਗਿਆ। ਤਨ ਚੰਦਨ ਮਸਤਕ ਪਾਤੀ, ਰਿਦ ਅੰਤਰ ਕਰ ਤਲ ਕਾਤੀ, ਮੱਥੇ ਤੇ ਚੰਦਨ ਦੇ ਟਿੱਕੇ ਲਾਏ ਹੋਏ ਨੇ। ਰਿਦ ਅੰਤਰ ਕਰ ਤਲ ਕਾਤੀ, ਠੱਗ ਦਿਸ਼ਟ ਬਗਾ ਲਿਵ ਲਾਗਾ, ਦੇਖ ਬੈਸਨੋ ਪ੍ਰਾਣ ਮੁਖ ਭਾਗਾ, ਕਲ ਭਗਵੰਤ ਬੰਦ ਚਰਾਮੰ। ਲੰਬਾ ਲੰਬਾ ਟਾਈਮ ਆਪਣੇ ਭਗਵਾਨ ਅੱਗੇ ਇਦਾਂ ਅਰਦਾਸਾਂ ਕਰਦਾ ਹੈ। ਕਰੂਰ ਦ੍ਰਿਸ਼ਟ ਰਤਾ ਨਿਸਬਾਦੰ, ਕਹਿੰਦੇ ਅੰਦਰ ਕਰੂਰਤਾ ਹੈ, ਅੰਦਰ ਕਠੋਰਤਾ ਹੈ, ਤੇ ਬਾਹਰੋਂ ਝੁਕ ਝੁਕ ਕੇ ਸਲਾਮ ਪਿਆ ਕਰਦਾ ਹੈ। ਤੁਸੀਂ ਵੇਖਿਆ ਨਾ ਕਈ ਆਏ ਗਏ ਦੇ ਸਾਹਮਣੇ ਜਦੋਂ ਕੋਈ ਘਰ 'ਚ ਬਜ਼ੁਰਗ ਹੋਏਗਾ, ਵੱਡਾ ਵਡੇਰਾ ਹੋਏਗਾ, ਆਮ ਸਮਾਜ ਵਿੱਚ ਹੈ, ਚੁੱਕ ਚੁੱਕ ਕੇ ਸਲਾਮਾਂ ਕਰਨਗੇ। ਵੇਖੋ ਜੇ ਬੰਦਾ ਅੱਗੋਂ ਪਿੱਛੋਂ ਵੀ ਰਿਸਪੈਕਟ ਕਰਦਾ, ਆਏ ਗਏ ਦੇ ਵੀ ਸਾਹਮਣੇ ਕਰਦਾ, ਤੇ ਇਹੋ ਜਿਹੇ ਪੂਜਣਯੋਗ ਨੇ ਬੱਚੇ। ਪਰ ਜੇ ਬੱਚਾ ਅੱਗੋਂ ਪਿੱਛੋਂ ਮਾਂ ਬਾਪ ਨਾਲ ਚੰਗੀ ਤਰ੍ਹਾਂ ਨਾਲ ਬੋਲੇ, ਪਰ ਆਏ ਗਏ ਦੇ ਸਾਹਮਣੇ ਪਾਪਾ ਜੀ, ਡੈਡੀ ਜੀ, ਮੰਮੀ ਜੀ ਝੁੱਕ ਕੇ ਸਲਾਮਾਂ ਕਰੇ, ਤੇ ਕਈ ਵਾਰੀ ਜਿਹੜੇ ਬੱਚੇ ਪਾਸੇ ਬੈਠੇ ਵੇਖਦੇ ਉਹ ਕਹਿੰਦੇ ਰਿਸ਼ਤੇਦਾਰ ਕਿਤੇ ਪੱਕੇ ਸਾਡੇ ਘਰ ਰਹਿ ਪੈਣਾ, ਸਾਡਾ ਘਰ ਸਵਰਗ ਬਣ ਜਾਏ। ਇਹ ਇਨਸਾਨੀ ਫਿਤਰਤ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਾਕ ਦੀ ਗੱਲ ਕਰ ਰਿਹਾ। ਕਬ ਚੰਦਨ ਕਬ ਅੱਕ ਡਾਲ, ਮਤ ਪੰਖੇਰੂ ਕਿਰਤ ਸਾਥ, ਬੰਦੇ ਦੀ ਮਤ ਪੰਛੀ ਹੈ ਤੇ ਕਿਰਤ ਇਹਦਾ ਸਾਥੀ ਹੈ। ਕਬ ਉੱਤਮ ਕਬ ਨੀਚ, ਕਦੀ ਤੇ ਉੱਤਮ ਹੋ ਜਾਂਦੀ ਹੈ, ਕਦੀ ਨੀਚ ਹੋ ਜਾਂਦੀ ਹੈ। ਕਬ ਚੰਦਨ ਕਬ ਅੱਕ ਡਾਲ, ਕਦੀ ਤੇ ਅੱਕ ਦੀ ਟਾਹਣੀ ਤੇ ਬਹਿ ਜਾਂਦੀ ਹੈ ਮਤ, ਤੇ ਕਦੀ ਚੰਦਨ ਉੱਤੇ ਬਹਿ ਜਾਂਦੀ ਹੈ। ਇਹ ਮਤ ਹੈ, ਇਹ ਸੋਚ ਹੈ। ਕਦੀ ਰਿਸਪੈਕਟ
ਤੇ ਕਦੀ ਅੰਦਰ ਨਰਾਦਰ ਭਰਿਆ ਹੋਏਗਾ ਜੀਵਨ ਦੇ ਵਿੱਚ। ਹੁਣ ਇੱਥੇ ਐਗਜ਼ਾਮਪਲ ਕਿੱਡੀ ਪਿਆਰੀ ਦਿੱਤੀ, ਕਹਿਣ ਲੱਗੇ ਕਲ ਭਗਵੰਤ ਬੰਦ ਚਰਾਮੰ ਕਰੂਰ ਦ੍ਰਿਸ਼ਟ ਰਤਾ ਨਿਸ ਬਾਦੰ। ਸੀਲ ਦਾ ਅਰਥ ਹੈ ਮਿੱਠਾ ਸੁਭਾਅ। ਮਿੱਠਾ ਸੁਭਾਅ ਅੰਦਰੋਂ ਵੀ ਹੋਵੇ, ਜੀਓ ਨਿਰਮਲ, ਬਾਹਰੋਂ ਨਿਰਮਲ ਇਨਸਾਨ ਪ੍ਰਵਾਨ ਹੈ, ਪਰ ਅੰਦਰੋਂ ਯਾਰ ਹੋਵੇ ਤੇ ਜ਼ੁਬਾਨ ਦਾ ਮਿੱਠਾ ਹੋਵੇ। ਗੁਰਮਤਿ ਨੇ ਐਸਾ ਇਨਸਾਨ ਪ੍ਰਵਾਨ ਨਹੀਂ ਕੀਤਾ, ਬਿਲਕੁਲ ਪ੍ਰਵਾਨ ਨਹੀਂ ਕੀਤਾ। ਸੋਨੇ ਤੇ ਸੁਹਾਗਾ ਵਾ, ਜੇ ਬੰਦੇ ਦੇ ਅੰਦਰ ਵੀ ਮਿੱਠਾ ਸੁਭਾਅ ਹੋਵੇ ਤੇ ਜ਼ੁਬਾਨ ਤੋਂ ਵੀ ਮਿਠਾਸ ਨਿਕਲਦੀ ਹੋਵੇ, ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਇੱਥੇ ਕਿਹਾ ਸੀਲ, ਵਿਗੜਿਆ ਕਿੱਦਾਂ? ਮੇਰੇ ਕੋਲ ਸੁਭਾਅ ਮੇਰਾ ਮਿੱਠਾ ਨਹੀਂ। ਸੀਲ ਦੂਜਾ ਸ਼ਬਦ ਵਰਤਿਆ ਸੰਜਮ। ਹੁਣ ਆਹ ਕੰਟਰੀਆਂ ਕਿਉਂ ਪਿਆਰੀਆਂ ਲੱਗਦੀਆਂ ਨੇ? ਇੱਥੇ ਸੰਜਮ ਹੈ, ਨੇਮ ਹੈ। ਤੁਸੀਂ ਰੋਡ ਤੇ ਚੱਲਦੇ ਹੋ ਤਾਂ ਮਰਿਆਦਾ ਨਾਲ ਚੱਲਦੇ ਹੋ। ਤੁਸੀਂ ਕਿਸੇ ਕਾਰ ਪਾਰਕਿੰਗ 'ਚ ਗੱਡੀ ਲਾਉਂਦੇ ਹੋ ਤੇ ਤਾਂ ਮਾੜੀ ਜੀ ਵੀ ਗੱਡੀ ਕਿਸੇ ਨੇ ਲੈਣ ਤੋਂ ਇੱਧਰ ਡੱਕੀ ਹੋਵੇ, ਤੁਸੀਂ ਉਹਦੇ ਬਾਰੇ ਕੀ ਸ਼ਬਦਾਵਲੀ ਵਰਤਦੇ ਹੋ ਵੀ ਇਹਨੂੰ ਕਾਰ ਲਾਉਣੀ? ਬੋਲੋ ਜੀ, ਆਉਂਦੀ ਨਹੀਂ। ਇਹਦਾ ਮਤਲਬ ਤੁਸੀਂ ਸੰਜਮ ਨੂੰ ਪ੍ਰਵਾਨ ਕਰਦੇ ਹੋ ਨਾ, ਮਰਿਆਦਾ ਨੂੰ, ਜੁਗਤੀ ਨੂੰ। ਜੇ ਜੁਗਤੀ ਛੱਡ ਪਈਏ ਫਿਰ ਤਾਂ ਘਰ ਵੀ ਨਹੀਂ ਚੱਲਦਾ। ਘਰ ਦੇ ਵਿੱਚ ਹੁਣ ਘਰ ਕੀ ਹੁੰਦਾ? ਜਿੰਨਾ ਘਰ 'ਚ ਸਾਡੇ ਸਮਾਨ ਪਿਆ ਸਾਰਾ ਜੁਗਤੀ ਨਾਲ ਰੱਖਿਆ ਹੁੰਦਾ। ਕਿਹੜੀ ਚੀਜ਼ ਕਿੱਥੇ ਪਈ ਹੋਣੀ ਚਾਹੀਦੀ ਹੈ? ਜੇ ਸਾਰੀਆਂ ਚੀਜ਼ਾਂ ਦਾ ਖਿਲਾਰ ਦਿਓ, ਘਰ ਤੇ ਘਰ ਹੀ ਹੈ। ਸੋਹਣਾ ਲੱਗਦਾ? ਸੋਹਣਾ ਉਦੋਂ ਲੱਗਦਾ ਹੈ ਜਦੋਂ ਹਰ ਇੱਕ ਚੀਜ਼ ਦੀ ਜਿਹੜੀ ਜਗ੍ਹਾ ਹੈ ਉੱਥੇ ਹੀ ਪਈ ਹੋਵੇ ਤੇ ਆਏ ਗਏ ਨੂੰ ਤੁਹਾਡੇ ਘਰ ਅੱਖਾਂ ਨੂੰ ਸੋਹਣਾ ਲੱਗਦਾ ਵੀ ਕਿੰਨੀ ਸੋਹਣੀ ਸੀਨਰੀ ਲਾਈ ਹੈ, ਵੀ ਕਿੰਨੀਆਂ ਸੋਹਣੀਆਂ ਤਸਵੀਰਾਂ ਲਾਈਆਂ ਬਈ, ਕਿੰਨੇ ਸੋਹਣੇ ਗੁਲਦਸਤੇ ਰੱਖੇ ਨੇ। ਜੇ ਗੁਲਦਸਤੇ ਦਾ ਟੇਢੇ ਮੇਢੇ ਰੱਖੇ ਹੋਣ ਤੇ ਫਿਰ ਨਾ ਤੁਹਾਨੂੰ ਚੰਗੀਆਂ ਲੱਗਣੀਆਂ ਤੇ ਨਾ ਆਏ ਗਏ ਨੂੰ ਚੰਗੀਆਂ ਲੱਗਣੀਆਂ ਨੇ। ਇੱਕ ਦੁਨਿਆਵੀ ਐਗਜ਼ਾਮਪਲ ਹੈ। ਇੱਥੇ ਸ਼ਬਦ ਵਰਤਿਆ ਜੁਗਤ। ਮੇਰਾ ਸੁਭਾਅ ਮਿੱਠਾ ਨਹੀਂ, ਮੈਨੂੰ ਜ਼ਿੰਦਗੀ ਜਿਉਣ ਦੀ ਜੁਗਤ ਨਹੀਂ ਆ ਰਹੀ। ਸੀਲ, ਸੰਜਮ। ਤੇ ਤੀਜਾ ਸ਼ਬਦ ਵਰਤਿਆ ਸੁੱਚ ਭੰਨੀ। ਦਿਲ ਦੀ ਸੁੱਚ, ਪਵਿੱਤਰਤਾ ਭੱਜ ਗਈ, ਜ਼ਿੰਦਗੀ ਜਿਉਣ ਦਾ ਤਰੀਕਾ ਗਵਾਚ ਗਿਆ। ਸੁੱਚ ਭੰਨੀ ਤੇ ਖਾਣਾ ਖਾਜ ਆਹਾਜ ਵਾਲੀ ਗੱਲ ਬਣ ਗਈ। ਕਹਿਣ ਲੱਗੇ ਰਾਖ ਲੈਵੋ ਹਮ ਤੇ ਬਿਗੜੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਕਹਿੰਦੇ ਪੱਲੇ ਕੁਝ ਨਹੀਂ ਸੀ ਤੇ ਹੰਕਾਰ ਨਾਲ ਟੇਢਾ ਰਸਤਾ ਫੜ ਲਿਆ। ਕਈ ਵਾਰੀ ਨਾ ਈਗੋ ਦੇ ਵਿੱਚ ਨਾ ਬੰਦਾ ਰਸਤੇ ਗਲਤ ਪਿਆ ਹੁੰਦਾ ਪਰ ਪੁੱਛਣ ਦੀ ਕੋਸ਼ਿਸ਼ ਨਹੀਂ ਕਰ ਸਕਦਾ। ਜੇ ਇਹਨੂੰ ਪੁੱਛਿਆ ਉਹਨੇ ਕਹਿਣਾ ਤੂੰ ਤੇ ਆਉਂਦਾ ਸੀ, ਮੈਨੂੰ ਪਤਾ ਵਾ। ਪਰਿਵਾਰਾਂ ਵਿੱਚ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਆਪਾਂ ਪੁੱਤ ਵਿਆਹੁੰਦੇ ਆ, ਨੂੰਹ ਵਿਆਹ ਕੇ ਘਰ ਆ ਗਈ। ਜੇ ਨੂੰਹ ਤੇ ਸੱਸ ਏਦਾਂ ਬੈਠ ਕੇ ਇੱਕ ਵਿਚਾਰ ਕਰਨ ਵੀ ਧੀਏ ਤੂੰ ਪੜ੍ਹੀ ਲਿਖੀ ਹੈ, ਮੇਰੇ ਕੋਲ ਤੇਰੇ ਜਿੰਨੀ ਐਜੂਕੇਸ਼ਨ ਨਹੀਂ ਪਰ ਤਜਰਬਾ ਮੇਰੇ ਕੋਲ ਤੇਰੇ ਨਾਲੋਂ ਜ਼ਿਆਦਾ ਹੈ। ਜਿੱਥੇ ਤੈਨੂੰ ਨਹੀਂ ਪਤਾ ਹੋਏਗਾ ਮੈਨੂੰ ਪੁੱਛ ਲਈ, ਜਿੱਥੇ ਮੈਨੂੰ ਪਤਾ ਹੋਏਗਾ ਮੈਂ ਤੈਨੂੰ ਦੱਸ ਦੇਵਾਂਗੀ। ਆਪਣਾ ਘਰ ਬੈਕੁੰਠ ਬਣ ਜਾਣਾ ਹੈ। ਪਤੀ ਪਤਨੀ ਵੀ ਹੈ, ਜ਼ਰੂਰੀ ਨਹੀਂ ਦੋਨਾਂ ਦੀ ਐਜੂਕੇਸ਼ਨ ਬਰਾਬਰ ਹੋਵੇ, ਨਾ ਨਾ, ਇਹ ਭੁਲੇਖਾ ਹੈ। ਨਾ ਦੋਵਾਂ ਦੀ ਇਨਕਮ ਇੱਕ ਹੋਵੇ, ਨਾ ਨਾ, ਇਹ ਜ਼ਰੂਰੀ ਨਹੀਂ ਹੈ। ਜਿੱਥੇ ਜਿਹੜੀ ਗੱਲ ਦਾ ਨਹੀਂ ਪਤਾ ਇੱਕ ਦੂਜੇ ਨੂੰ ਪੁੱਛ ਲਓ। ਮੈਂ ਕਹਿੰਦਾ ਈਵਨ ਤੁਹਾਡੇ ਘਰ ਪੋਤਰੀ ਨੇ ਜਨਮ ਲਿਆ, ਤੁਹਾਡੇ ਘਰ ਤੁਹਾਡੀ ਦੋਤੀ ਨੇ ਜਨਮ ਲਿਆ, ਤੁਹਾਡੇ ਪੁੱਤਰ ਧੀ ਨੇ ਜਨਮ ਲਿਆ, ਸਿਆਣੀ ਗੱਲ ਸਾਡੇ ਘਰ 'ਚ ਪੈਦਾ ਹੋਈ ਬੇਟੀ ਬੇਟਾ ਵੀ ਕਰ ਸਕਦਾ ਹੈ। ਜੇ ਤੁਸੀਂ ਦਬਕਾ ਮਰਾ ਕੇ ਉਹਨੂੰ ਚੁੱਪ ਕਰਤਾ, ਤੈਨੂੰ ਜ਼ਿਆਦਾ ਪਤਾ ਹੈ। ਬੰਦੇ ਕੋਲੋਂ ਜਦੋਂ ਸਭ ਚੀਜ਼ਾਂ ਮੁੱਕ ਜਾਂਦੀਆਂ ਨੇ ਨਾ ਇਨਸਾਨ ਕੋਲੋਂ, ਉਦੋਂ ਇੱਕ ਚੀਜ਼ ਦਾ ਰਹਿ ਜਾਂਦਾ ਹੈ ਕਿ ਤੂੰ ਮੇਰਾ ਪਿਓ ਕਿ ਮੈਂ ਤੇਰਾ ਪਿਓ। ਇੱਕ ਅਖੀਰਲਾ ਫਾਰਮੂਲਾ ਰਹਿ ਜਾਂਦਾ। ਉਹ ਬੱਚਾ ਅੱਗੇ ਜੇ ਸਿਆਣੀ ਗੱਲ ਆ ਨਾ ਬਾਪੂ ਕਰਦਾ ਹੋਵੇ ਤੇ ਬੱਚਾ ਕਹਿੰਦਾ ਦਾ ਪਿਓ ਤੇ ਤੁਸੀਂ ਜੇ ਮੇਰੇ, ਪਰ ਮੂੰਹ ਨਾ ਕਹਿੰਦਾ ਉਹਨੇ ਜਾਇਦਾਦ ਲੈਣੀ ਹੁੰਦੀ, ਅੰਦਰੋਂ ਕਹਿੰਦਾ ਪਰ ਸਿਆਣੇ ਨਹੀਂ ਹੈਗੇ। ਜੇ ਗਲਤ ਰਸਤੇ ਪਿਆ ਹੋਵੇ ਤੇ ਮੂੰਹ ਨਹੀਂ ਕਹਿੰਦਾ। ਪਰ ਸਮਾਜ ਵਿੱਚ ਵਿਗੜੀ ਕਿਉਂ ਹਾਲਤ? ਕਿਉਂਕਿ ਅਸੀਂ ਬਾਕੀ ਸਭ ਲਾਵਾਂ ਦਾ ਪਾਠ ਹੁੰਦਾ 773 ਅੰਕ ਤੇ, ਉਹ ਤੋਂ ਪਹਿਲਾਂ 3 ਬਾਣੀਆਂ ਨੇ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਉਹ ਤਿੰਨੇ ਕੰਪਲੀਟ ਬਾਣੀਆਂ ਨੇ, ਭਾਵੇਂ ਸ਼ਬਦ ਇੱਕ ਇੱਕ ਹੀ ਹੈ। ਲਾਵਾਂ ਤੋਂ ਪਹਿਲਾਂ 3 ਕੰਪਲੀਟ ਬਾਣੀਆਂ ਨੇ, ਉਹ ਇੱਕ ਇੱਕ ਸ਼ਬਦ ਇੱਕ ਇੱਕ ਬਾਣੀ ਹੈ। ਉਹ ਪਹਿਲਾਂ ਆਪਣੀ ਜ਼ਿੰਦਗੀ ਚੋਂ ਕੁਚੱਜ ਬਾਹਰ ਕੱਢ, ਫਿਰ ਸੁਚੱਜ ਲਿਆ, ਫਿਰ ਗੁਣਵੰਤੀ ਲਿਆ। ਹੁਣ ਤੇਰੀਆਂ ਲਾਵਾਂ ਕਰੀਓ ਉਸ ਅਕਾਲ ਪੁਰਖ ਨਾਲ, ਜਾਨੀ ਕਿ ਪਹਿਲਾਂ ਗੁਣ ਪੈਦਾ ਕਰੋ, ਹੁਣ ਪੁੱਤਰ ਧੀ ਦਾ ਵਿਆਹ ਕਰੋ। ਤੇ ਸਾਡੇ ਸਮਾਜ ਦੀ ਬਹੁਤ ਗਿਣਤੀ ਇੱਥੇ ਖਲੋਤੀ ਹੈ। ਜੇ ਕੋਈ ਨਿਆਣਾ ਆਖੇ ਨਾਲ ਲੱਗਦਾ ਹੋਵੇ ਨਾ, ਉਹਨੂੰ ਇੱਦਾਂ ਕਹਿਣਗੇ ਇਹਨੂੰ ਵਿਆਹੋ, ਇਹਨੇ ਫੇਰ ਠੀਕ ਹੋਣਾ। ਉਹ ਬੋਲੋ ਗੁਰੂ ਕੇ ਪਿਆਰਿਓ, ਇਹਨੂੰ ਵਿਆਹ ਦੋ, ਇਹਨੇ ਫੇਰ ਠੀਕ ਹੋਣਾ। ਇਹ ਮਾਪਦੰਡ ਹੈ? ਨਾ 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 ਨਾ, ਮਾਫ ਕਰਨਾ, ਮੈਂ ਬੇਨਤੀ ਕਰ ਲੱਗਾ, ਮਾਪਦੰਡ ਇਹ ਨਹੀਂ। ਮਾਪਦੰਡ ਇਹ ਹੈ ਵੀ ਤੁਸੀਂ, ਤੁਹਾਡਾ ਪੁੱਤਰ ਹੈ। ਜਿੱਥੇ ਬਲੇਮ ਦਿੱਤਾ ਜਾਂਦਾ ਸਮਾਜ ਦੇ ਵਿੱਚ ਵੀ ਜਦੋਂ ਦੀ ਵਿਆਹੀ ਆਈ ਹੈ ਪੁੱਤ ਸਾਡੇ ਨਾਲ ਲੜਦਾ ਹੈ। ਬਹੁਤ ਕੁਆਰੇ ਪੁੱਤ ਵੀ ਹੈਗੇ ਨੇ ਜਿਨ੍ਹਾਂ ਦੀ ਮਾਂ ਬਾਪ ਨਾਲ ਨਹੀਂ ਬਣਦੀ।
समाज में बड़े बच्चे ने, उत्थे सानू अपनी गलती मननी पैनी भी शायद साड़ी परवरिश में, क्योंकि तिफल में बुआए क्या माँ बाप के किरदार की, दूध तो डिब्बे का तलीम है सरकार की। दुध डब्बे का पिया दिता, सिक्ख्या स्कूलों ने दे दी। दसो माँ बाप का रोल बच्चे के जीवन च है कित्थे? जे 7 साल के बाबा फतेह सिंह सूबे सरहद की कचहरी भी जाके सवालों के जवाब दे रहे हैं, तो उन्होंने एजुकेशन घरों माता गुजर कौर गुरु गोबिंद सिंह महाराज उन्होंने परिवार ने कितनी तैयारी की होगी, सोच के देखो। एक वड्डी उम्र के बंदे नूं सिपाही नाल गल करनी नहीं आउंदी। 7 साल के बाबा फतेह सिंह ते जोरावर सिंह 7 ते 9 साल के, इदा मनो भी मुख मंत्री का दरबार लगा हो, सूबा सरहंद का सूबेदार, तो वो दरबार च किदां किदां दे लोग बैठे होणगे। इदा भरे दरबार में जदों इदा हिक्का ताण के गए तो गज के क्या वाहिगुरू जी का खालसा, ये पता लगा जो पुरानिया मावां दाल चौल बनाउंदियां सी ना, कड़छी मूधी करके 1-2 दाने फेर के चैक कर लैंदियां सी भी दाल तैयार है कि नहीं। उन्हां दे साहिबजादियां दी फतेह तो पता लग गया सी कि जे बच्चियां च ये युरत है तो साहिब कमाल गुरु गोबिंद सिंह महाराज की होणगे। सूबे सरहंद की कचहरी च पता लग गया सी कि कितनी क्वालिटी इन्हां विच, कितनी युरत है, कितनी लियाकत है। मेरी पीरी दे मालक धन गुरु हरगोबिंद साहिब सच्चे पातशाह जी, जिन्हां दे प्रकाश पुरब की गल चल रही, 13 साल की आरजू सी उन्हां दी। जिदन गुरता गद्दी की जिम्मेवारी मिली है, 5 प्याले 5 पीर छटम पीर बैठा गुर भारी, अर्जुन काया पलट के मूरत हर गोबिंद सवारी। 4 जंगां लड़ियां ते 4 जंगां विचों एक भी जंग हारे नहीं गुरु हरगोबिंद साहिब सच्चे पातशाह महाराज, क्योंकि तैयारी गुरु अर्जन साहब महाराज जी के वेले तो होनी शुरू हो गई सी। घोड़ सवारी, घोड़ियां का व्यापार, ये सब चीज़ां परिवार विचों ट्रेनिंग होनी शुरू हो चुकी सी। जो 1606 दे विच गुरु अर्जन साहब सच्चे पातशाह महाराज शहादत का जाम पींदे ने, जो तत्ती तवी ते बिठाया जाता है, देग विच उबाड़ा दिता जाता, सीस ते तत्ता रेता पाया जाता। कदी अपने बच्चों नाल, कदी अपने परिवारों विच बैठ के गुरु अर्जन साहब जी के शहीदी बारे चर्चा करिया करो, तो जिड्डी वधिया चर्चा तुसी परिवार के 2-3 जी कर सकते हो, उन्नी वड्डियां कट्ठां च नहीं हो सकती। बच्चे नूं पुछया कर, पुत्र दस मैनूं तेरे हिसाब नाल गुरु अर्जन साहब शहादत के कारण की हो सकते हैं? जो लभण तुरोगे खोजी उपजै ते बादी बिनसे, खोज करन तुरोगे तो विचों बहुत कुछ मिलेगा, चर्चा चलेगी। मैं हर स्टेज तक बेनती, मैं कैलीफोर्निया की बेनती करके आया, याद रखना जे अपने जिउंदे जी अपने बच्चों नूं अपनी कौम, अपने गुरु, अपने पंथ, अपने ग्रंथ, अपनी विचार बारे ना दसिया, जदन असीं दुनिया तो चले गए साडी तस्वीर घर दे विच लगी हुई, साडे बच्चों नूं किसी ने बाहरों दस दिता भी तुहाडा ग्रंथ कमाल दा, तुहाडी बाणी कमाल दी, तुहाडे कौम दे विच सूरबीर योधे कमाल दे होए, तुहाडी कौम विच एडे एडे बहादुर सूरबीर योधे होए, जिन्हां दे छोटे छोटे बच्चों के निके निके टुकड़े करके मावां दे गढ़ां च हार पाए गए, पर मावां ने सिदक नहीं डुलाया, वो डोलियां नहीं, घबराइयां नहीं। तो पता की होना है, जिन्हां ने अपने बच्चों नाल कदी सिੱਖੀ कौम की गल ना की, जदन बच्चों को किसी ने बाहरों दस दिता, एक शब्द बोलणगे, मेरी गल चेता रखियो, वो अपने माँ बाप की तस्वीर वाल वेख के एक शब्द बोलन के, पिता घर सानू भावें एक दे के चला जाता, बिजनस एडा वड्डा ना दे के जाता, कारोबार हिसाब दा ही दे जाता, पर कम से कम एडी अमीर कौम बारे मैनू कोई जानकारी जरूर दे के जाता। मेरा विरसा एडा कमाल दा है, मेरा घर एडा कमाल दा है, मेरे विचार एडी कमाल। अपने घरों में पंजाबी बोलनी शुरू करो, इंग्लिश साढ़े बच्चों ने बाहर सीख लैनी है, स्कूलों च पढ़ते हैं, बच्चों को फतेह बुलानी शुरू करो, अपने बच्चों नाल विचार गुरु दी करो, गुरु दी उपदेश अपने घरों में। तुहाडे जिन्ना वधिया माँ अपने बच्चों अंदर बीज बू सकती है। किसी विद्वान ने बड़ी बरीकी नाल वेख्या होएगा तो शब्द बोले होणगे, तिफल में तिफल कहते बच्चे नूं, बू आए क्या माँ बाप के किरदार की, दूध तो डिब्बे का तलीम है सरकार की। दुध डब्बे का पिया दिता, पता नहीं केड़ी गां दा है, केड़ी मझ दा है, कित्थों चोया है, पिया दिता, गल निबड़ गई। स्कूल ने सिक्ख्या दे दी, माँ बाप बच्चे के जीवन च है कित्थे विखाओ। जिन्हां दे हैगे ने उन्हां दे घर विच प्रवेश करदिआं पता लग जाता है। किवें? जो बच्चे गज के कहंदे ने वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ। ਕੁਝ ਗੱਲਾਂ ਸਾਨੂੰ ਆਪਣੇ ਪੁੱਤਰਾਂ ਧੀਆਂ ਦੇ ਅੰਦਰ ਆਪ ਪਾਉਣ ਦੀ ਕੋਸ਼ਿਸ਼ ਕਰਨੀ ਪੈਣੀ ਹੈ, ਬੀਜ ਬੀਜਣਾ ਪੈਣਾ। ਸਾਨੂੰ ਸਾਡੇ ਗੁਰੂ ਨੇ ਕੀ ਸਿਖਾਇਆ ਹੈ, ਕੀ ਵਿਚਾਰ ਦਿੱਤੀ ਹੈ, ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪਣੀ ਜ਼ਿੰਦਗੀ ਵਿੱਚ ਇਹ ਵਿਚਾਰ ਲੈ ਕੇ ਆਵਾਂਗੇ ਤੇ ਸਾਡੀ ਜ਼ਿੰਦਗੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗੀ। ਰਾਖ ਲੇਵੋ ਹਮ ਤੇ ਬਿਗੜੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਹੰਕਾਰ। ਜਦੋਂ ਰੋਗਾਂ ਦੀ ਗਿਣਤੀ ਕੀਤੀ ਨਾ, ਜਦੋਂ ਹਉਮੈ ਦੇ ਰੋਗ ਦੀ ਗੱਲ ਕਹੀ, ਉਸ ਵਕਤ ਗੱਲ ਕੀਤੀ ਇਹ ਸਿਰਫ ਇਨਸਾਨ ਦੇ ਹਿੱਸੇ ਆਇਆ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਨਾ, ਗੁਰਦੇਵ ਪਿਤਾ ਮਹਾਰਾਜ ਜੀ ਨੇ ਕਿੰਨੇ ਪਿਆਰੇ ਵਾਕ ਕਹੇ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀ ਪੰਚ ਦੋਖ, ਸਾਰੇ ਬੋਲੋ ਪੰਚ ਦੋਖ ਔਰ ਅਹੰਗ ਰੋਗ। ਅੱਛਾ, ਪੰਜਾਂ ਵਿੱਚ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਗਿਆ। ਇਹ ਅਹੰਗ ਰੋਗ ਵੱਖਰਾ ਲਿਖਣ ਦੀ ਕਿਉਂ ਲੋੜ ਪਈ ਮਹਾਰਾਜ ਨੂੰ? ਪੰਜਾਂ ਵਿੱਚ ਤੇ ਜਦੋਂ ਪੰਜਾਂ ਵਿਕਾਰਾਂ ਦੀ ਗੱਲ ਆਈ, ਉਦੋਂ ਆ ਗਿਆ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਉੱਥੇ ਕਹਿਤਾ ਐਸੋ ਗੁਣ, ਗੁਣ ਕਹਿੰਦੇ ਨੇ ਪਰਉਪਕਾਰ ਨੂੰ। ਜਿਵੇਂ ਆਪਾਂ ਨੇ ਕਿਸੇ ਨੂੰ ਆਮ ਬੋਲੀ 'ਚ ਕਹਿੰਦੇ ਉਹ ਫਲਾਣਾ ਬੰਦਾ ਗੁਣ ਨਹੀਂ ਚੇਤੇ ਰੱਖਦਾ ਕਿਸੇ ਦਾ, ਗੁਣ ਦਾ ਅਰਥ ਪਰਉਪਕਾਰ, ਵੀ ਮੈਂ ਭਲਾ ਕੀਤਾ ਉਹਨੇ ਚੇਤੇ ਨਹੀਂ ਰੱਖਿਆ। ਕਹਿੰਦੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀ। ਮੇਰੇ ਤਨ ਤੋਂ ਇਹ ਦੂਰ ਕਰ ਦਿੱਤੇ। ਹਉਮੈ ਵੱਖਰਾ ਲਿਖਣ ਦਾ ਕਾਰਨ ਪਤਾ ਕੀ ਸੀ? ਧਿਆਨ ਨਾਲ ਸੁਣਿਓ। ਜ਼ਿੰਦਗੀ ਵਿੱਚ ਬੰਦੇ ਦੇ ਕੋਈ ਗੁਣ ਹੋਵੇ ਨਾ, ਹੰਕਾਰ ਤੇ ਗੁਣ ਦਾ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਗੁਣ ਹੈਗਾ, ਕੱਲ੍ਹ ਨੂੰ ਗੁਣ ਨਿਕਲ ਵੀ ਸਕਦਾ ਜੀਵਨ ਦੇ ਵਿੱਚੋਂ। ਪਰ ਕਈ ਵਾਰੀ ਜ਼ਿੰਦਗੀ 'ਚ ਕਿਸੇ ਨੂੰ ਔਗਣ ਦਾ ਵੀ ਹੰਕਾਰ ਹੁੰਦਾ ਹੈ ਨਾ, ਵੀ ਹੈਗਾ ਔਗਣ ਹੈ, ਪਰ ਔਗਣ ਦਾ ਵੀ ਹੰਕਾਰ ਹੈ। ਤੁਸੀਂ ਕਹੋਗੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਲਓ ਦਰਸ਼ਨ ਕਰ ਲਓ, ਨਾਲ ਨਾਲ ਸਕਰੀਨ 'ਤੇ ਸ਼ਬਦ ਬੇਨਤੀ ਹੈ ਲੈ ਆਓ ਤਾਂ ਕਿ ਪਤਾ ਲੱਗ ਜਾਏ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ 'ਚ 2 ਵਾਰ ਆਇਆ ਹੈ। ਮਨੋ ਜੇ ਅੰਦੇ ਕੂਪ, ਇੱਕ ਜਗ੍ਹਾ ਕੂਪ ਆਇਆ ਤੇ ਇੱਕ ਜਗ੍ਹਾ ਕੂਪ ਆਇਆ, ਕੱਕੇ ਨਾ ਆਇਆ, ਇੱਕ ਜਗ੍ਹਾ ਘੱਗੇ ਨਾ ਆਇਆ। ਮਨੋ ਜੇ ਅੰਦੇ ਕੂਪ ਸੇ ਕਹਿਆ ਬਿਰਦ ਨਾ ਜਾਣਨੀ। ਜਿਹੜੇ ਮਨ ਕਰਕੇ ਹਨੇਰੇ ਖੂਹ 'ਚ ਡਿੱਗੇ ਪਏ ਨੇ, ਆਪ ਨਹੀਂ ਪਤਾ, ਤੇ ਜੇ ਉਹਨਾਂ ਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦੇ, ਕਿਸੇ ਦੇ ਸਮਝਾਇਆ ਵੀ, ਬੋਲੋ ਜੀ, ਅੱਛਾ ਪਤਾ ਵੀ ਹੈ ਨਹੀਂ, ਤੇ ਜੇ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਤੇ ਫਿਰ ਵੀ ਸੁਣਨ ਨੂੰ ਤਿਆਰ ਨਹੀਂ ਹੈਗੇ। ਮਨੋ ਜੇ ਅੰਦੇ ਕੂਪ ਸੇ ਕਹਿਆ ਬਿਰਦ ਨਾ ਜਾਣਨੀ। ਮਨ ਅੰਧਾ, ਮਨ ਦੇ ਅੰਨੇ ਕਰਕੇ ਉਂਦਾ ਕਵਲ ਦਿਸਣ ਖਰੇ ਕਰੂਪ। ਅੱਛਾ, ਮਨ ਦੇ ਅੰਨੇ ਹੋਣ ਕਰਕੇ ਤੇ ਭਾਂਡਾ ਮੂਧਾ ਮਾਰਿਆ ਹੋਇਆ ਤੇ ਅੰਦਰ ਗੱਲ ਕੋਈ ਜਾਣ ਨਹੀਂ ਦਿੰਦੇ, ਤੇ ਦੁਨੀਆ ਵਿੱਚ ਕੀ ਦਿਸਦੇ ਨੇ? ਕਰੂਪ ਦਿਸਦੇ ਆ, ਸੋਹਣੇ ਦਿਸਦੇ, ਸੋਹਣੇ ਨਹੀਂ। ਮਨ ਅੰਧਾ ਹੈ, ਸਾਰੇ ਬੋਲੋ ਮਨ ਅੰਧਾ ਹੈ, ਉਂਦਾ ਕਵਲ ਦਿਸਣ ਖਰੇ ਕਰੂਪ। ਇੱਕ ਕਹਿ ਜਾਣਨ ਕਹਿਆ ਬੁੱਝਣ। ਇੱਕ ਬੰਦੇ ਉਹ ਨੇ ਜਿਹੜੇ ਗੱਲ ਕਰਨੀ ਵੀ ਜਾਣਦੇ ਆ ਤੇ ਕਿਸੇ ਦੀ ਗੱਲ ਕਹੀ ਹੋਈ ਨੂੰ ਬੁੱਝਣਾ ਵੀ ਜਾਣਦੇ। ਤੁਸੀਂ ਵੇਖ ਨਾ, ਕਈ ਬੰਦੇ ਇੰਨੇ ਸਿਆਣੇ ਹੁੰਦੇ ਆ, ਉਹ ਕਿਸੇ ਨੂੰ ਗੱਲ ਸਮਝਾਉਣਾ ਵੀ ਜਾਣਦੇ ਆ ਤੇ ਕਿਸੇ ਦੀ ਸਿਆਣੀ ਗੱਲ ਨੂੰ ਸਮਝਣਾ ਵੀ ਜਾਣਦੇ ਆ। ਤੇ ਕਈ ਦੁਨੀਆ ਤੇ ਬੰਦੇ ਇੱਦਾਂ ਦੇ ਹੁੰਦੇ ਆ, ਨਾ ਕਿਸੇ ਨੂੰ ਗੱਲ ਸਮਝਾ ਸਕਦੇ ਆ, ਅਗਲੀ ਗੱਲ ਬੋਲੋ ਹੁਣ, ਤੇ ਨਾ ਕਿਸੇ ਦੀ ਸਿਆਣੀ ਗੱਲ। ਹੁਣ ਉਹ ਵਿਚਾਰੇ ਕਰਨ ਕੀ? ਭਾਂਡਾ ਹੈ ਨਹੀਂ, ਮਨ ਅੰਧਾ ਉਂਦਾ ਕਵਲ। ਹੁਣ ਵੇਖੋ, ਇਹ ਸ਼ਲੋਕ ਹੈ, ਇਹਨੂੰ ਆਪਾਂ ਆਪਣੇ ਜੀਵਨ 'ਤੇ ਆਪੇ ਫਿੱਟ ਕਰ ਲੈਣਾ। ਜਿਵੇਂ ਪੰਜਾਬ ਦੀਆਂ ਰੋਡਵੇਜ਼ ਦੀਆਂ ਬੱਸਾਂ ਦੇ ਪਿੱਛੇ ਨਾ ਸਰਕਾਰਾਂ ਨੇ ਹਸਪੀਟਲਾਂ ਵੱਲੋਂ ਇੱਕ ਬਹੁਤ ਵੱਡਾ ਬੋਰਡ ਲਾਇਆ ਹੁੰਦਾ, ਉਹਦੇ ਉੱਤੇ ਲਿਖਿਆ ਹੁੰਦਾ, ਜੇ ਮਾੜੀ ਮਾੜੀ ਖੰਘ ਆਉਂਦੀ ਹੈ, ਲੱਤਾਂ ਦਰਦ ਹੁੰਦੀਆਂ, ਛਾਤੀ ਮਾੜੀ ਮਾੜੀ ਜਾਮ ਹੈ, ਤੇ ਨੇੜਲੇ ਹਸਪੀਟਲ ਤੋਂ ਜਾ ਕੇ ਚੈੱਕ ਕਰਾਓ, ਕਿਉਂਕਿ ਇਹ ਲੱਛਣ ਟੀਵੀ ਦੇ ਨੇ। ਉਹ ਬਾਹੋਂ ਫੜ ਕੇ ਨਹੀਂ ਆਉਂਦੇ ਵੀ ਤੈਨੂੰ ਵੀ ਟੀਵੀ ਹੈ, ਤੈਨੂੰ ਵੀ ਟੀਵੀ ਹੈ। ਕਹਿੰਦੇ ਵੀ ਆਹ ਹਰਕਤਾਂ ਜੇ ਜੀਵਨ 'ਚ ਹੈਗੀਆਂ ਤੇ ਨੇੜਲੇ ਹਸਪੀਟਲ ਜਾ ਕੇ ਭਾਈ ਚੈੱਕਅਪ ਕਰਾ ਲਓ। ਬਾਣੀ ਨੇ ਵੀ ਸੇਮ ਇੰਜ ਕੀਤਾ, ਬਾਹੋਂ ਫੜ ਕੇ ਨਹੀਂ ਆਖਿਆ ਤੂੰ ਮਨਮੁਖ ਹੈ, ਤੂੰ ਗੁਰਮੁਖ ਹੈ, ਤੂੰ ਗੁਰਮੁਖ ਹੈ, ਤੂੰ ਮਨਮੁਖ ਹੈ। ਲੱਛਣ ਦੱਸ ਦਿੱਤੇ ਨੇ। ਬੰਦੇ ਆਪਣੇ ਜੀਵਨ 'ਤੇ ਲਾ ਕੇ ਵੇਖ ਲਾ ਵੀ ਤੂੰ ਗੁਰਮੁਖਾਂ ਚਾਹੁੰਦਾ, ਅੱਗੇ ਬੋਲੋ ਜੀ, ਤੇ ਮਨਮੁਖਾਂ ਚਾਹੁੰਦਾ। ਇਹ ਹੁਣ ਲੱਛਣ ਕੀ ਆ? ਮਨ ਅੰਧਾ ਹੈ, ਸਾਰੇ ਬੋਲੋ ਮਨ ਅੰਧਾ, ਨਾਲ ਬੋਲੋ ਜੀ ਸਾਰੇ, ਮਨ ਅੰਧਾ ਹੈ ਉਂਦਾ ਕਵਲ
ਦਿਸਣ ਖਰੇ ਕਰੂਪ, ਇੱਕ ਕਹਿ ਜਾਣਨ ਕਹਿਆ ਬੁੱਝਣ, ਤੇ ਨਰ ਸੁਖੜ ਸਰੂਪ। ਇਹ ਕੌਣ ਹੈ ਜਿਹੜੀ ਗੱਲ ਕਹਿਣਾ ਵੀ ਜਾਣਦੇ ਆ ਤੇ ਕਿਸੇ ਦੀ ਗੱਲ ਕਹੀ ਹੋਈ ਨੂੰ ਸੁਣਨਾ ਵੀ ਜਾਣਦੇ। ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਣੰਤ। ਇਹ ਕੌਣ ਨੇ ਜਿਨ੍ਹਾਂ ਨੂੰ ਕੋਈ ਸੰਗੀਤ ਦੀ ਨੌਲੇਜ ਨਹੀਂ, ਕੋਈ ਪੜ੍ਹਨਾ ਨਹੀਂ ਆਉਂਦਾ, ਕੋਈ ਲਿਖਣਾ ਨਹੀਂ ਆਉਂਦਾ। ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਨਾ ਕੋਈ ਵਿਚਾਰਾਂ ਦੀ ਸਰਲਤਾ, ਨਾ ਕੋਈ ਵਿਚਾਰ ਸਹੀ, ਨਾ ਕੋਈ ਖਿਆਲ ਸਹੀ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ। ਮਹਾਰਾਜ ਕੀ ਕਹੋਗੇ ਉਹਨਾਂ ਬਾਰੇ? ਅੱਖਰ ਕਾ ਭਿਓ ਨਾ ਲਹੰਤ, ਕਿਸੇ ਅੱਖਰ ਦਾ ਭੇਦ ਵੀ ਹੈ ਨਹੀਂ ਵੀ ਕਿਸੇ ਦੀ ਗੱਲ ਬੁੱਝ ਲੈਣ। ਨਾਨਕ ਨਾਨਕ ਤੇ ਨਰ ਅਸਲ ਖਰ। ਇਹ ਤੇ ਨਰ ਵੀ ਆਇਆ ਤੇ ਸੇ ਨਰ ਵੀ ਆਇਆ, ਕਿਉਂਕਿ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ 'ਚ ਇੱਕ ਵਾਰੀ ਵਾਰਾਂ ਨਾਲ ਆਇਆ, ਇੱਕ ਵਾਰੀ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਆਇਆ। ਨਾਨਕ ਤੇ ਨਰ ਅਸਲ ਖਰ, ਕਿਹੜੇ? ਜੇ ਬਿਨ ਗੁਣ, ਜਿਹੜੇ ਬਿਨਾਂ ਗੁਣਾਂ ਤੋਂ ਘਰ ਕਰਦੇ। ਨਾਨਕ ਸੇ ਨਰ ਅਸਲ ਖਰ। ਖਰ ਦਾ ਅਰਥ ਕੀ ਜੀ ਭਲਾ? ਖੋਤਾ। ਇਹ ਅਸਲ ਖੋਤਾ ਕਿਉਂ ਕਿਹਾ? ਖੋਤਾ ਤੇ ਖੋਤਾ ਹੀ ਹੁੰਦਾ ਤਾਂ ਕਿਹਾ ਵੀ ਜਿਹੜਾ ਘੁਮਿਆਰ ਦਾ ਖੋਤਾ ਹੁੰਦਾ ਉਹ ਦਿਨੇ ਦਿਨੇ ਇੱਟਾਂ ਢੋਂਦਾ, ਕਮ ਸੇ ਕਮ ਰਾਤ ਨੂੰ ਤੇ ਇੱਟਾਂ ਲਾ ਕੇ ਸੌਂਦਾ ਨਾ। ਪਰ ਇਹ ਇੱਦਾਂ ਦਾ ਖੋਤਾ ਹੈ, ਇਹ ਰਾਤ ਨੂੰ ਵੀ ਵਿਚਾਰਾਂ ਦਾ ਭਾਰ ਲੈ ਕੇ ਹੀ ਸੌਂਦਾ ਹੈ। ਸਾਕਤ ਹਰ ਰਸ, ਬੋਲੋ ਸਾਰੇ। ਹੁਣ ਮੈਂ ਕਦੀ ਕਦੀ ਸੋਚਦਾ, ਮਹਾਰਾਜ ਗੁਰੂ ਨਾਨਕ ਸਾਹਿਬ ਜਿੰਨਾ ਤੁਸੀਂ ਸੱਚ ਲਿਖਤਾ, ਜੇ ਸੋਚ ਕੇ ਵੇਖੋ ਇਲੈਕਸ਼ਨ 'ਚ ਖਲੋਣਾ ਹੁੰਦਾ, ਕਿਸੇ ਨੇ ਵੋਟ ਪਾਉਣੀ ਸੀ, ਬੋਲ ਕੇ ਦੱਸਿਓ, ਉੱਚੀ ਬੋਲ ਕੇ ਦੱਸਿਓ ਜੀ। ਹੁਣ ਇੰਨਾ ਸੱਚ ਲਿਖ ਕੇ ਤੇ ਮਹਾਰਾਜ ਦਾ ਸੱਚ ਖਿਲਾਰਤਾ। ਇਸੇ ਗੁਰੂ ਰਾਮਦਾਸ ਨੇ ਕਿਹਾ, ਜਿਨ ਕੇ ਚੇਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਮਹਾਰਾਜ ਕਿਉਂ ਕਹਿੰਦੇ? ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਓਏ ਵਲ ਛਲ ਕਰ ਝੱਟ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਹੁਣ ਇਹ ਕਿੱਡਾ ਅਸਲੀ ਸੱਚ ਸਾਡੀ ਜ਼ਿੰਦਗੀ ਦਾ ਬਿਆਨ ਕਰਤਾ। ਨਾਨਕ ਸੇ ਨਰ ਅਸਲ ਖਰ, ਜੇ ਬੇਣ ਗੁਣ ਗਰਭ। ਬਿਨਾਂ ਗੁਣਾਂ ਤੋਂ ਹੀ, ਵੀ ਗੁਣ ਵੀ ਨਹੀਂ ਹੈਗਾ ਤੇ ਆਪਣੇ ਔਗੁਣਾਂ ਦਾ ਵੀ ਬੰਦਾ ਸਿਰ ਤੇ ਹੰਕਾਰ ਚੱਕੀ ਫਿਰਦਾ, ਈਗੋ ਚੱਕੀ ਫਿਰਦਾ। ਇਸੇ ਨੂੰ ਆਖਿਆ ਸੀ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਆਰ ਅਹੰਗ ਰੋਗ। ਜਿਹੜਾ ਮੈਂ ਔਗੁਣਾਂ ਦਾ ਵੀ ਅੰਗ ਚੱਕੀ ਫਿਰਦਾ ਨਾ, ਇਹ ਤਨ ਤੇ ਸਗਲ ਦੂਰ ਕੀਨ। ਜਿਹਨੇ ਜ਼ਿੰਦਗੀ ਵਿਗਾੜ ਛੱਡੀ ਮੇਰੇ ਬਾਪੂ ਨੇ, ਉਹ ਸਭ ਦੂਰ ਹੀ ਕਰ ਦਿੱਤਾ ਮੇਰੇ ਤੋਂ। ਮਾਝ ਕੀ ਵਾਰ ਪੜ੍ਹੀ ਹੈ ਨਾ ਸਾਧ ਸੰਗਤ, ਔਰਤ ਦਾ ਬੜਾ ਸਤਿਕਾਰ ਕੀਤਾ ਗੁਰੂ ਨਾਨਕ ਸਾਹਿਬ ਨੇ। ਸੋ ਕੋ ਮੰਦਾ ਕੀ ਹੈ ਜਿਤ ਜੰਮੈ। ਉਸ ਔਰਤ ਨੂੰ ਮਾੜਾ ਨਾ ਆਖੋ ਜਿਸਨੇ ਰਾਜਿਆਂ ਨੂੰ, ਚੰਗੇ ਇਨਸਾਨਾਂ ਨੂੰ ਜਨਮ ਦਿੱਤਾ ਹੈ। ਪਰ ਇੱਕ ਜਗ੍ਹਾ ਗੁਰੂ ਨਾਨਕ ਸਾਹਿਬ ਜੀ ਪਤਾ ਕਹਿੰਦੇ ਨੇ, ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਏ ਸ਼ਯਾਤ, ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਜ। ਕਹਿੰਦੇ ਕਲਯੁਗ ਦੇ ਪ੍ਰਭਾਵ ਕਾਰਨ ਮਨੁੱਖ ਸ਼ਿਕਾਰੀ ਹੋ ਗਿਆ, ਮਰਦ ਸ਼ਿਕਾਰੀ ਹੋ ਗਿਆ ਤੇ ਔਰਤ ਉਹਦੀ ਸਲਾਹਕਾਰ ਬਣ ਗਈ, ਉਹਨੂੰ ਸਿੱਖਿਆ ਸਲਾਹਾਂ ਦੇਣ ਵਾਲੀ ਬਣ ਗਈ। ਘਰ 'ਚ ਬੰਦਾ ਬੇਈਮਾਨੀ ਕਰਦਾ ਹੋਵੇ ਨਾ, ਕਮਾਈ ਬੇਈਮਾਨੀ ਦੀ, ਔਰਤ ਉਹਨੂੰ ਸਹੀ ਰਸਤੇ ਪਾਉਣ ਵਾਲੀ ਮਿਲ ਜਾਏ ਵੀ ਵੇਖ ਸਿਰ ਦੇ ਸਾਈਆਂ, ਮੈਂ ਆਪਣੇ ਬੱਚਿਆਂ ਨੂੰ ਸਧਾਰਨ ਭੋਜਨ ਖਵਾ ਦੇਵਾਂਗੀ, ਪਰ ਗਲਤ ਕਮਾਈ ਕਰਕੇ ਮੇਰੇ ਬੱਚਿਆਂ ਵਾਸਤੇ ਨਾ ਲੈ ਕੇ ਆਏ। ਤੇ ਬੰਦਾ 100 ਵਾਰ ਸੋਚਦਾ, ਉਹ ਮਨਾ ਐਡਾ ਵਧੀਆ ਤੇਰੇ ਕੋਲ ਪਰਿਵਾਰ ਹੈ, ਛੱਡ ਗਲਤ ਰਸਤਾ ਤੇ ਅੱਜ ਤੋਂ ਸਹੀ ਰਸਤੇ ਤੇ ਤੁਰਨਾ ਸ਼ੁਰੂ ਕਰ ਦੇ, ਉਸ ਘਰ ਦਾ ਬਚਾਅ ਹੋ ਜੂ। ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਘਰ 'ਚ ਮਰਦ ਸ਼ਿਕਾਰੀ ਬਣ ਜਾਏ, ਸ਼ਿਕਾਰ ਖੇਡਣ ਵਾਲਾ, ਸ਼ਿਕਾਰੀ ਕਿਹੜਾ? ਏਕ ਸਵਾਨ, ਦੋਏ ਸਵਾਨੀ ਨਾਲ ਭਲਕੇ ਭੌਂਕੇ। ਸਵੇਰੇ ਜਦੋਂ ਬੈੱਡ ਤੋਂ ਉੱਠਦਾ ਤੇ ਸਵਾਨ ਰੂਪੀ ਕੁੱਤਾ ਨਾਲ ਉੱਠਿਆ ਹੁੰਦਾ
ਤੇ ਲਾਲਚ ਦਾ ਕੁੱਤਾ ਨਾਲ ਬੈਠਾ ਹੁੰਦਾ ਤੇ ਆਸਾ ਤੇ ਤ੍ਰਿਸ਼ਨਾ ਦੀਆਂ ਦੋ ਕੁੱਤੀਆਂ ਤਿਆਰ ਹੁੰਦੀਆਂ ਵੀ ਚੱਲ ਉੱਠ ਬੰਦਿਆ ਸ਼ਿਕਾਰ ਖੇਡਣ ਚਲਿਏ। ਏਕ ਸਵਾਨ, ਸਾਰੇ ਬੋਲੋ ਜੀ, ਏਕ ਸਵਾਨ, ਇੱਕ ਲਾਲਚ ਰੂਪੀ ਕੁੱਤਾ ਤੇ ਆਸਾ ਤੇ ਤ੍ਰਿਸ਼ਨਾ ਦੀਆਂ ਦੋ ਕੁੱਤੀਆਂ ਨਾਲ ਬੈੱਡ ਤੋਂ ਉੱਠਦਿਆਂ ਸਾਰੀ ਮੇਰੇ ਨਾਲ ਜਾਗੀਆਂ ਹੁੰਦੀਆਂ ਨੇ। ਭਲਕੇ ਭੌਂਕੇ ਸਦਾ ਪਿਆਰ, ਕੂੜ ਸ਼ੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾ। ਸ਼ਿਕਾਰੀ ਬਣ ਗਿਆ ਬੰਦਾ 2 ਨੰਬਰ ਦੀ ਕਮਾਈ ਕਰਦਾ, ਬੇਈਮਾਨੀ ਕਰਦਾ, ਔਰਤ ਉਹਦੀ ਸਲਾਹਕਾਰ ਬਣ ਗਈ। ਉਹਨੂੰ ਰੋਕਣ ਦੀ ਬਜਾਏ ਉਹਨੂੰ ਸਲਾਹਾਂ ਦਿੰਦੀ ਹੈ ਵੀ ਇੱਦਾਂ ਨਹੀਂ, ਇੱਦਾਂ ਕਰੋ, ਤੁਸੀਂ ਇੱਦਾਂ ਕੰਮ ਕਰਿਆ ਕਰੋ। ਹੁਣ ਜਿਹੜੇ ਕਈ ਵਾਰੀ ਵੱਡੇ ਅਫਸਰਾਂ ਦੇ ਘਰ ਰਿਸ਼ਵਤ ਦੇ ਸੂਟਕੇਸ, ਬੋਲੋ ਗੁਰੂ ਕੇ ਪਿਆਰਿਓ, ਉਹਦੇ ਘਰ ਦੇ ਮਹਿਲ ਚੱਕਦੇ ਨੇ ਤੇ ਫਿਰ ਬੱਚਿਆਂ ਤੇ ਕੀ ਅਸਰ ਪੈਂਦਾ ਭਲਾ ਕਿ 2 ਨੰਬਰ ਦੀ ਕਮਾਈ ਆ ਰਹੀ, ਸਾਡੇ ਮਾਂ-ਬਾਪ ਨੇ ਕਿਹੜਾ ਸਾਨੂੰ 10 ਨਵਾਂ ਦੀ ਕਿਰਤ ਨਾਲ ਪਾਲਿਆ। ਫਿਰ ਇੱਕ ਵਕਤ ਆਉਂਦਾ ਜਦੋਂ ਬੰਦੇ ਕੋਲ ਸਭ ਕੁਝ ਆਉਂਦਾ ਪਰ ਜਿੰਨਾ ਲਈ ਕੀਤਾ ਹੁੰਦਾ ਉਹ ਵਿੱਚ ਬਹਿਣ ਜੋਗੇ ਹੁੰਦੇ ਹੀ ਨਹੀਂ। ਸੁਣਿਓ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ, ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਮਰਦ ਸ਼ਿਕਾਰੀ ਬਣ ਗਿਆ, ਔਰਤ ਉਹਦੀ ਸਲਾਹਕਾਰ ਬਣ ਗਈ ਤੇ ਐਸ ਘਰ ਵਿੱਚੋਂ ਫਿਰ ਕਿਹੜੀ ਚੀਜ਼ ਲੋ ਪਈ? ਸੀਲ। ਮਿੱਠਾ ਸੁਭਾਅ ਗਵਾਚੂ ਸਭ ਤੋਂ ਪਹਿਲਾਂ। ਕਿਸੇ ਨੇ ਇੱਕ ਦੂਜੇ ਨੂੰ ਰਿਸਪੈਕਟ ਨਾਲ ਨਹੀਂ ਬੋਲਣਾ, ਨਾ ਔਰਤ ਮਰਦ ਨੂੰ ਬੋਲੂ ਤੇ ਨਾ ਮਰਦ। ਅਗਲੇ ਕਿਉਂ ਬੋਲਣਗੇ? ਵੀ ਉਹਨਾਂ ਨੂੰ ਪਤਾ ਵੀ ਇਹ ਨੇਕ ਕਮਾਈ ਥੋੜਾ ਘਰ ਚਾਹੀਏ। ਤੇ ਨਾ ਬੱਚਿਆਂ ਨੇ ਮਾਂ-ਬਾਪ ਨੂੰ ਬੋਲਣਾ। ਇੱਧਰੋਂ ਰਿਸ਼ਵਤ ਦੇ ਪੈਸੇ ਆਉਣੇ ਆ ਤੇ ਇੱਧਰੋਂ ਅਗਲੇ ਨੇ ਪਾਰਟੀ ਦੇ ਨਾਲ ਹੀ ਡਾਉਣ ਤੁਰ ਪੈਣਾ ਨੇ। ਇਸੇ ਨੂੰ ਆਖਿਆ ਸੀ ਨਾ, ਮਾਨਸ ਖਾਣੇ, ਬੋਲੋ ਪਿਆਰਿਓ, ਬਾਣੀ ਪੜ੍ਹਨ ਵਾਲੇ ਬੈਠੇ ਜੇ, ਮਾਨਸ ਖਾਣੇ ਛੁਰੀ ਵਗਾਇਨ, 3 ਕਰ ਬ੍ਰਾਹਮਣ ਉਹਨਾਂ ਪਿਆਵੇ। ਹੁਣ ਹੋਇਆ ਕੀ ਕਿ ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਸੀਲ, ਸਭ ਤੋਂ ਪਹਿਲਾਂ ਮਿੱਠਾ ਸੁਭਾਅ ਗਵਾਚਾ। ਇੱਕ ਦੂਜੇ ਨੂੰ ਜੀ ਨੇ ਰਿਸਪੈਕਟ ਨਾਲ ਕਿੱਥੋਂ ਬੋਲਣਾ ਸੀ? ਜਦੋਂ ਬੱਚਾ ਗਲਤ ਰਸਤੇ ਪੈਣ ਲੱਗੇ ਨਾ, ਮਾਂ ਕੋਲ ਸਭ ਤੋਂ ਵੱਡੀ ਐਗਜ਼ਾਮਪਲ ਪਤਾ ਕਿਹੜੀ ਹੁੰਦੀ ਹੈ? ਆਪਣੇ ਪਿਤਾ ਵੱਲ ਵੇਖ, ਆਪਣੇ ਦਾਦੇ ਵੱਲ ਵੇਖ, ਆਪਣੇ ਪੜਦਾਦੇ ਵੱਲ ਵੇਖ। ਸੋਚ ਕੇ ਵੇਖੋ, ਜਦੋਂ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਨੂੰ ਮਾਤਾ ਗੁਜਰ ਕੌਰ ਨੇ ਤੋਰਿਆ ਹੋਏਗਾ, ਪਤਾ ਕੀ ਆਖਿਆ ਹੋਏਗਾ? ਮੇਰੇ ਪਿਆਰੇ ਪੋਤਰਿਓ, ਆਪਣੇ ਪਿਤਾ ਵੱਲ ਵੇਖਿਓ, ਆਪਣੇ ਦਾਦਾ ਜੀ ਵੱਲ ਵੇਖਿਓ ਤੇ ਆਪਣੇ ਪੜਦਾਦਾ ਜੀ ਵੱਲ ਵੇਖਿਓ। ਬੰਦਾ 5000 ਫੈਕਟਰੀ ਦਾ ਵੀ ਮਾਲਕ ਹੋਵੇ, ਕਿਰਦਾਰ ਸਹੀ ਨਾ ਹੋਵੇ ਤੇ ਔਰਤ ਉਹਦੇ ਮੂੰਹ ਤੇ ਕਹਦੇ ਮੈਂ ਨਹੀਂ ਚਾਹੁੰਦੀ ਤੇਰਾ ਪਰਛਾਵਾਂ ਮੇਰੇ ਬੱਚਿਆਂ ਤੇ ਪਵੇ। ਬੰਦਿਆ, ਤੂੰ ਜਾਇਦਾਦ ਪੱਖੋਂ ਸਿਰੇ ਦਾ ਅਮੀਰ ਹੈ ਪਰ ਕਿਰਦਾਰ ਪੱਖੋਂ ਅੱਜ ਤੇਰੇ ਵਰਗਾ ਗਰੀਬ ਦੁਨੀਆ ਤੇ ਕੋਈ ਇਨਸਾਨ ਹੈ ਨਹੀਂ। ਜਿਹਦਾ ਆਪਣਾ ਪਰਛਾਵਾਂ ਵੀ ਤੇਰੀ ਆਪਣੀ ਔਲਾਦ ਤੇ ਪੈਣ ਤੋਂ ਤੇਰੀ ਪਤਨੀ ਕਹਿ ਰਹੀ ਹੈ ਕਿ ਤੇਰਾ, ਮੈਂ ਨਹੀਂ ਚਾਹੁੰਦੀ ਤੇਰਾ ਪਰਛਾਵਾਂ ਮੇਰੇ ਬੱਚਿਆਂ ਤੇ ਪਵੇ। ਸੱਚੋਂ ਰੇ ਸਭ ਕੋ ਉੱਪਰ ਸੱਚ ਅਚਾਰ। ਜਦੋਂ ਕਿਹਾ ਸੀ ਨਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਉਹ ਕਿਹੜੀ ਕਮਾਈ ਸੀ? ਉਹ ਕਿਰਦਾਰ ਦੀ ਕਮਾਈ ਸੀ, ਉਹ ਕਰੈਕਟਰ ਦੀ ਕਮਾਈ ਸੀ। ਆਓ ਗੁਰੂ ਬਖਸ਼ਿਸ਼ ਕਰੇ। ਸੀਲ, ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਤੇ ਇੱਥੇ ਕਹਿ ਦਿੱਤਾ, ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਸੀਲ, ਸੰਜਮ, ਸੁੱਚ ਪੰਨੀ, ਖਾਣਾ ਖਾਜ ਆਹਾਜ। ਉਹ ਖਾਣਾ ਖਾਧਾ ਗਿਆ, ਉਹ ਕਮਾਈ ਖਾਧੀ ਗਈ ਜੇ ਤੇ ਸਾਡਾ ਹੱਕ ਨਹੀਂ ਸੀ। ਤੇ ਮਹਾਰਾਜ ਫਿਰ ਉਸ ਘਰ 'ਚ ਕੀ ਹੋਇਆ? ਕਹਿੰਦੇ ਸ਼ਰਮ ਗਿਆ ਘਰ ਆਪਣੇ। ਇਹੋ ਜਿਹੇ ਘਰ 'ਚ ਫਿਰ ਸ਼ਰਮ ਕਹਿੰਦੀ ਮੈਂ ਨਹੀਂ ਰਹਿਣਾ ਨਾ। ਕੋਈ ਇੱਕ ਦੂਜੇ ਨੂੰ ਸ਼ਰਮ ਕਿਸੇ ਦੀ ਹੁੰਦੀ ਨਹੀਂ। ਤੇ ਪਿੱਛੇ ਇੱਜ਼ਤ ਕਹਿੰਦੀ ਜਿੱਥੇ ਸ਼ਰਮ ਹੈ ਨਹੀਂ ਉੱਥੇ ਮੈਂ ਵੀ ਨਹੀਂ ਰਹਿਣਾ। ਪੱਤ ਉੱਟ ਚੱਲੀ ਨਾਲ ਨਾਨਕ ਸੱਚਾ ਏਕ ਹੈ। ਹੇ ਨਾਨਕ, ਜੇ ਸਭ ਚੀਜ਼ਾਂ ਮਹਾਰਾਜ ਵਾਪਸ ਲਿਆਉਣੀਆਂ ਹੋਈਆਂ ਤੇ ਕੀ ਕਰੀਏ? ਕਹਿੰਦੇ ਫਿਰ ਇੱਕ ਮਾਲਕ ਦੀ ਇਬਾਦਤ ਲੈ ਆਓ। ਹੇ ਮਹਾਰਾਜ, ਜੇ ਅਸੀਂ ਸੀਲ ਵੀ ਲਿਆਉਣਾ ਹੋਵੇ, ਸੰਜਮ ਵੀ ਲਿਆਉਣਾ ਹੋਵੇ, ਸਾਰਾ ਕੁਝ ਆਪਣੇ ਘਰ ਵਾਪਸ ਲਿਆਉਣਾ ਚਾਹੁੰਦੇ ਅਸੀਂ, ਮਹਾਰਾਜ ਆ ਸਕਦਾ? ਕਹਿੰਦੇ ਹਾਂਜੀ, ਬਿਲਕੁਲ ਆ ਸਕਦਾ। ਇੱਕ ਮਾਲਕ ਦੀ ਇਬਾਦਤ ਲੈ ਆਓ, ਇੱਕ ਨਾਲ ਜੁੜ ਜਾਓ, ਇੱਕ ਦੀ ਸਾਂਝ ਆਪਣੇ ਪ੍ਰਾਣੀ ਏਕੋ ਨਾਮ ਤੇ ਆਵੋ, ਆਪਣੀ ਪਤ ਸੇਤੀ ਕਰ ਜਾਓ। 3 ਮੱਤ 3 ਪੱਤ 3 ਧਨ ਪਰਲੇ ਜਿਨ ਹਿਰਦੇ ਰਹਾ ਸਮਾਏ। ਜੇ ਇੱਕ ਘਰ ਆ ਗਿਆ ਤੁਹਾਡੇ,
सब कुछ तुहाडे कोल है, फिर तुहानू किसी चीज़ की लोड़ नहीं पैनी। तुहाडा किरदार, तुहाडा करैक्टर, इहो गुरु नानक साहब ने बख्शिश की सी। 567 वार एक ओंकार लिख के साड़ी सुरत विच टकाता, एक है अंदरों बाहरों एक हो जा भाई। तां ही भट्टा ने गुरु अमरदास की प्रथा आख्या सी, तै पढ़ियो एक मन धरियो एक कर एक विचारियो। तुसीं पढ़िया भी एक नूं, मन विच धरिया भी एक नूं ते विचारिया भी एक नूं। आओ राख लिओ हम ते बिगड़ी, रख लो बचा लो विगाड़ी असी खुद आप है। शील धर्म जप भगत न कीनी, हाँ अभिमान हंकार च पै के टेढ़ पगड़ी असी टेढ़ा रस्ता फड़िया रखिया। अमर जान संचिए काया, मैं इस काया नूं अमर जान के पालदा रहा भी ये किहड़ी मरनी है, अमर जान के पालदा रहा। पर भुल गया ये मिथ्या। काची गगरी, गगरी गागर समझो कच्चा घड़ा, इदां कई वारी माड़ा टणका लगे घड़ा टुट जाए ना, वो दोबारा बनता नहीं, फिर ठीकरियां हो जांदियां। कहते मिथ्या काची गगरी। मैं कदी कदी सोचदा बंदे की अख च काला चिट्टा मोतिया पै जाए ना तो डॉक्टर कढ़ देवे तो किदां तारीफ करता है, फलाना डॉक्टर उन्हें अख च काला मोतिया पिया कढ़ दिता, हुण मैनूं दूर भी दिसदा नेड़े भी दिसदा। भाई हुण किसी ऐनक की लोड़ नहीं, किन्नी वडियाई करदा, करनी भी चाहिए है। तेरी डॉक्टर साहब ने तेरी अख ठीक की है, पर एक गिला हुंदा ਜਿਹੜੇ रब ने अखां दे के भेजिया सी ओहदियां ते गल्लां कदी अपने बच्चों नाल भी नहीं कीतियां। जिन्हें रिपेयर की ओहदी गल दसां को कर दित्ती, जिन्हें अखां दे के भेजिया ओहदी ते गल अपनी धी नाल कदी कीती नहीं, किते रिश्तेदार नाल गल शेयर ही नहीं कीती। एक डॉक्टर ने दंद लाते दो तो तू वडियाई करदा तो भाई मैं इंडिया गया, टिकट भी बच गई मैनू, पैसे भी, मैं इंडिया तो दंदां दा इलाज भी कराया, पैसे लगे ਜਿਹੜੇ परमेश्वर ने दान दिते सी, ਉਹਦਾ ਤੇ कदी नाम लिया ही नहीं। खांदियां खांदियां मूँह कट्ठा, पहनदियां सब अंग, त्रिग तना का जीविया जिन सच न लगो रंग। कदी सोच के वेखिया उस मालिक ने की कोई दिता? असी काम करदे ही तो पसीना निकलदा है, इत्थे ब्लेड वाजे नाल ही खून निकलदा है। गिलास भर के पानी पीने अंदर खून भी है, रलदा नहीं अंदर। रब ने किस कैसा सिस्टम बनाया भाई, है उहदे वर्गा इंजीनियर है कोई? अज असी खून की बोतल किसी दिने तो की कहने मैं खून दान करके आया, वो भलिया तू दानी नहीं है, धन्नवाद करके तेरी बॉडी तंदुरुस्त है तो खून नवा बनाउंदी। पुछ के वेख उन्होंने जिन्हां दी बॉडी इस गल्लों जवाब दे जाती है। तू तो दान नहीं करता, दान वो चीज़ की जब तू मालूक होवे। पुछ के वेख उन्होंने जिन्ना अंदर नवा ब्लड नहीं बनता, खून नहीं बनता, पुछ के वेखो, अरदासा कर दिया दुनिया की सारी दौलत को साढ़े को लै ले, सानू को तंदुरुस्ती दे दे। तू तो शुकराना करया कर। क्या सिस्टम बनाया मालिक ने। घर के 5 जी एक डाइनिंग टेबल ते खाना खाते हैं, 5 का ब्लड ग्रुप वखरा वखरा है। खाना खाने दंदा ना चित के साढ़े अंदर जाता, खाने नूं कौन कहता कि ये अंदर आ ग्रुप है, आ खून तैयार कर दिया, ये अंदर आ ग्रुप है, अंदर आ तैयार कर दी। कैसा फिल्टर, कैसा सिस्टम उस अकाल पुरख ने लाया। शुकराना नहीं करना बनता होता, धन्नवाद नहीं करना बनता होता। दाता तेरे वर्गा कौन, जियो पाए तन साजिया, रखिया बनत बनाए, अखी देखा जेबा बोले, कन्नी सुरत समाए, पैरी चले हथी करना दिता पहने खाए। जिन रच रचिया तिसे न जाने, अंधा अंध कमाए, जां भजे तां ठीकर होए, घाड़त घड़ी न जाए, नानक गुर बिन नाहे पत, पत बिन पार ना पाए। इज्जत तो बिना, गुरु तो बिना तेरी इज्जत नहीं चाहिए, इज्जत तो बिना संसार दे विच तू पार नहीं लंघ सकता। अमर जान संचिए काया, मिथ्या काची गगरी, जिन्हें नवाज, जिन्हें मैनू पैदा करके रमैया के गुण, सारे बोलो रमैया के गुण, कौन मूल ते कोई की सी तू, मां किते सी, बाप किते सी, दोवां दा समेल होया, रिश्तेदार विच पए, विआहे गए, इस पानी ते जिन तू करया। तू जन्म तो पहला एक पानी की बूंद सी, इस पानी ते जिन तू करया, माटी काले दियोरा करया, उकत जोत ले सुरत परीखिया, मात गर्भ में जिन तू रखे। रमैया के गुण चेत प्राणी, कौन मूलते कौन दृष्टानी, जिन तू साज सवार श्रृंगारिया, गर्भ अगन में जिन्हें उबारिया, बार व्यवस्था तुझे प्यारे, दूध पर जोबन भोजन सुख सूद, बिरद पया ऊपर साक सैन, मुख अपयाओ बैठ। इदा बैठे न दे रहा, पापा जी खिचड़ी ले आइए, दलिया ले आइए, ये रहमत है ओदी दात आ, पुछ के वेख।
नहीं तो बड़े संसार ते बंदे रुड़ते फिरते कोई नहीं पुछता। ਉਹਦੀ ਦਾਤ है, ਉਹਦੀ रहमत है। तो पातशाह जी इत्थे कहते ने जिन्हें नवाज साज हम किए, जिन्हें मैनू नवाजिया साजिया पे तिसे बसार अवर लगरी, ਉਹਨੂੰ ਭੁੱਲ ਕੇ ਮੈਂ ਹੋਰ ਹੀ ਕਿਸੇ ਨਾਲ ਜਾ ਲੱਗਾ, तिसे बसार अवर लगरी। ਤੇ ਅਖੀਰ ਤੇ ਕਹਿੰਦੇ ਨੇ ਸੰਦਕ ਤੋਹੇ, ਸੰਦਕ ਕਹਿੰਦੇ ਚੋਰ ਨੂੰ। ਬਾਪੂ ਜੀ, ਹੇ ਅਕਾਲ ਪੁਰਖ ਜੀ, ਲੋਕ ਮੈਨੂੰ ਕਹਿੰਦੇ ਬੰਦਾ ਬੜਾ ਚੰਗਾ, ਪਰ ਇਹਨਾਂ ਨੂੰ ਕੀ ਪਤਾ ਮੈਂ ਤੇ ਤੇਰੇ ਘਰ ਦਾ ਚੋਰ ਹਾਂ, ਵੀ ਸਭ ਕੁਝ ਤੇਰੇ ਤੋਂ ਲਿਆ, ਮੈਂ ਤੇਰੇ ਕੋਲ ਲੈ ਕੇ ਫਿਰ ਮੁਕਰ ਗਿਆ। ਸੰਦਕ ਕਹਿੰਦੇ ਚੋਰ ਨੂੰ, ਸੰਦਕ ਤੋਹੇ ਸਾਧ ਨਹੀਂ ਕਹੀਓ, ਮੈਨੂੰ ਭਲਾ ਇਨਸਾਨ ਅਖਵਾਉਣ ਦਾ ਕੋਈ ਹੱਕ ਨਹੀਂ, ਮੈਂ ਤੇਰੇ ਘਰ ਦਾ ਚੋਰ ਹਾਂ। ਸੰਦਕ ਤੋਹੇ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ, ਮੈਂ ਪਰ ਫਿਰ ਵੀ ਤੇਰੀ ਸ਼ਰਨ ਆਣ ਪਿਆ। ਕੀ ਕਹਿ ਰਹੇ ਨੇ? ਕਹੇ ਕਬੀਰ ਇਹ ਬੇਨਤੀ ਸੁਣਿਓ, ਮੇਰੀ ਇਹ ਬੇਨਤੀ ਸੁਣੋ। ਕਿਹੜੀ? ਮਤ ਘੱਲੋ ਜਮ ਕੀ ਖਬਰੀ, ਮੈਨੂੰ ਕਿਸੇ ਜਮ ਦੀ ਖਬਰ ਨਾ ਘੱਲਿਓ। ਕਿਹੜੇ ਜਮ ਦੀ? ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਕਰ ਬਾਰ ਮਨ। हे मेरे मालिक जी, मेरी अरदास है, वो पंज ने ते मैं कला ने। श्री राम नामा उचर मना आगे जम दल, बिखम घना, वो पंज वकार जमां दा दल है। मैनू इन्हां पंजां वकारां दी कोई खबर ना घल्लिओ, इन्हां पंजां तो बचा के रखिओ। मैं अपनी जिंदगी नूं विगाड़ना नहीं चाहुंदा, अपनी जिंदगी नूं सवारना चाहुंदा। आओ गुरु बख्शिश करे, जिवें मीरी पीरी दे मालिक धन गुरु हरगोबिंद साहिब सच्चे पातशाह जी 13 साल की आरजू सी, जिदन उन्होंने गुरु अर्जन साहिब सच्चे पातशाह महाराज सारी जिम्मेवारी दे के जाते हैं। जिवें उन्होंने ट्रेनिंग बाबा बुढ़ा जी सत्कारयोग, जिन्होंने बचपन तो घोड़ सवारी, सैनिक विद्या, बाणी की संथਿਆ, बड़ी वड्डी अपनी जिंदगी की जिम्मेवारी जिहड़ी सत्कारयोग बाबा बुढ़ा जी ने अपने जीवन काल दे विच मीरी पीरी दे मालिक धन गुरु हरगोबिंद साहिब सच्चे पातशाह जी प्रथाएं निभाई। उन्होंने तो पहला गुरु पंजवें पातशाह महाराज, जिन्हों का 1563 ईस्वी नूं गोइंदवाल साहिब की धरती ते चुबारा साहब 15 अप्रैल नूं प्रकाश हुंदा है, ते 81 विच उन्हां नूं गुरता गद्दी की जिम्मेवारी मिलती है। 1606 विच गुरु अर्जन साहिब लाहौर की धरती ते तत्ती तवी ते देग विच चुबाड़ा, सीस ते तत्ता रेता, ते पंजवां तसीहा जिहड़ा सी ਉਹ ਰਾਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਰੋੜ ਦਿੱਤਾ ਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਜ਼ਾਲਮਾਂ ਨੂੰ ਕਿ ਜੋ ਅਸੀਂ ਸਰੀਰ ਦੀ ਹਾਲਤ ਕੀਤੀ ਹੈ, ਜਦੋਂ ਸਿੱਖ ਇਹ ਜਿਸਮ ਨੂੰ ਵੇਖਣਗੇ ਤੇ ਰੋਹ ਵਿੱਚ ਆਉਣਗੇ। 5 ਸਿੱਖ ਨਾਲ ਗਏ ਸੀ, ਭਾਈ ਜੇਠਾ, ਭਾਈ ਪੈੜਾ, ਭਾਈ ਪੈਰਾਗਾ, ਭਾਈ ਬਿਧੀ ਚੰਦ ਤੇ ਭਾਈ ਲੰਗਾਹਾ। 5 ਸਿੱਖ ਨਾਲ ਗਏ ਸੀ, ਪਰ ਸਿੱਖ ਕਿਸੇ ਨੂੰ ਕੁਝ ਨਹੀਂ ਕਿਹਾ, ਸਿਰਫ ਗੁਰੂ ਅਰਜਨ ਸਾਹਿਬ ਇਹ ਤਸੀਹੇ ਦਿੱਤੇ ਗਏ। ਪਰ ਇੱਕ ਵਕਤ ਆਉਂਦਾ ਹੈ, ਦੇਗ ਬਦਲਦੀ ਹੈ, ਪਾਣੀ ਬਦਲਦਾ ਹੈ। सिख गुरु का प्यारा भाई दयाला उस देग विच बहिंदे ने। पुछया जांदा, दयालिया तैनूं देग चों डर नहीं आउंदा? ते भाई दयाला जी जवाब दिंदे ने, साडे टीचर पूरने पा के गए ने, पंजवें जामे जिस देग विच ना बैठे हुंदे शायद देग वाल वेख के मैं डोर जांदा, पर मेरा बापू मेरा मालिक साडे लई पूरने। फर्क इन्ना सी, वो देग लाहौर सी, ये दो देग दिल्ली दी धरती के उत्ते तपाई गई। आओ साडे गुरु ने साडे लई जिंदगी च ये अरदास नहीं करनी, दुख सुख ते आने ने, जिंदगी का हिस्सा ने, ये अरदास करनी, दाता सुख विच उछड़ा ना, दुख विच तुहानूं उलामे ना देवां। साडी एकता ने बड़ा कुछ जिताया है। पिछले दिनी किसानी अंदोलन 3 काले कानून जो केंद्र सरकार लैके आई सी, उन्होंने रद्द कराउण विच जिथे पंजाब तो बाहर दीआं स्टेटां दा योगदान है, विदेश के भी साडे बहुत प्यारे सिखां दा योगदान है। इत्थों भी बहुत वीरां ने अपने वालों तन मन धन द्वारा जिहड़ी सी वो हैल्प भेजी सी। गुरु बख्शिश करे, धन गुरु साहिब सच्चे पातशाह महाराज जी के जीवन नूं असीं जिंदगी जीउण दा जिहड़ा तरीका जदों असीं समझण दा यतन करांगे, तो ये साडे ते गुरु साहिब का बड़ा वड्डा बख्शिश भरिया हत्थ होएगा कि असीं जिंदगी जीउण दा तरीका अपनी जिंदगी विच लैके आईए, कि जिहड़े साडे ते परोपकार गुरु साहिब जी ने कीते है, जिहड़ी सानूं वडियाई बख्शिश कीती है, कि एकता दे विच बड़ा वड्डा बल है। क्योंकि जदों असीं एकता अपनी जिंदगी च लैके आउंदे आ, जदों पुराणियां कहानियां असीं पढ़दे आ कि जिथे इकट्ठ होएगा हमेशा जित जिहड़ी है तुहाडे कदम चुमेगी। तो किसानी अंदोलन च होया, भावें सारे देश भावें पूरी दुनिया दे ਵੱਲੋਂ ਹੁੰਗਾਰਾ मिलिया, पर सेहरा तुसीं वेखो गुरु के प्यारे सिखां दे सिर वजा, क्योंकि कारण सी उत्थे बाणी पढ़ी गई, उत्थे सारे सिर जोड़ के एक दूजे नाल बैठे हुए सन। गुरु बख्शिश करे असीं चढ़दी कला विच अपना जीवन जीउण दा यतन करिए, गुरु पातशाह जी दी बख्शिश दे पात्र बणीए। इत्थों दी समुची प्रबंधक कमेटी धन गुरु ग्रंथ साहिब महाराज जी दी गोद विच बैठ के जो अज दा दीवान सजिया है, भुल्लां मेरियां
ਜੋ ਬਚਨ ਚੰਗੇ ਲੱਗੇ ਗੁਰੂ ਜੀ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ। ਸਾਰੀ ਸੰਗਤ ਦਾ, ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਾਰੇ ਜਿਹੜੇ ਗ੍ਰੰਥੀ ਸਾਹਿਬਾਨ, ਸੇਵਾਦਾਰ, ਜਿੰਨੀਆਂ ਵੀ ਸੰਗਤਾਂ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਹੋ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शासन जी सिख कौम के महान विद्वान प्रचारक ते कथाकार सिंह साहब ज्ञानी सरजीत सिंह जी धुंदा जो बेनती प्रवान करके एक दिल हाजिर फरमाए हम दासों का तहत धन्यवाद करता है। गुरु का सिरों पार नाम बजा जाएगा।